तू मुझे नवाजे, तेरा कर्म है वरना, तेरी रहमतों का बदला मेरी बंदगी नहीं। काशी टीवी देखने वाले व्यूअर्स ਨੂੰ ਮੇਰੇ ਬਲਬੀਰ ਕੌਰ ਵੱਲੋਂ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ ਜੀ। ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਹੈਲਥ ਟਾਕ ਸ਼ੋ ਤੇ ਇੱਕ ਖਾਸ ਗੈਸਟ। ਸੋ ਜਦੋਂ ਅਸੀਂ ਮਸਲ ਦੀ ਗੱਲ ਕਰਦੇ ਹਾਂ, ਸਾਡੇ ਦਿਮਾਗ 'ਚ ਕਈ ਗੇਮਾਂ, ਕਈ ਚੀਜ਼ਾਂ ਆਉਂਦੀਆਂ ਨੇ ਕਿ ਅਸੀਂ ਆਪਣੇ ਮਸਲ ਨੂੰ ਕਿੱਦਾਂ ਬੈਟਰ ਬਣਾ ਸਕਦੇ ਹਾਂ। ਕਈ ਗੇਮਾਂ ਸਾਡੇ ਪੰਜਾਬੀ ਕਮਿਊਨਿਟੀ ਦੇ ਵਿੱਚ ਖੇਡੀਆਂ ਜਾਂਦੀਆਂ ਨੇ, ਜਿਨ੍ਹਾਂ ਨੂੰ ਅਸੀਂ ਖੇਡੀਏ ਤੇ ਸਾਡੇ ਮਸਲ ਬੈਟਰ ਹੋ ਸਕਦੇ ਨੇ। ਸੋ ਅੱਜ ਦਾ ਜਿਹੜਾ ਹੈਲਥ ਟਾਕ ਸ਼ੋ ਹੈ, ਸਾਡੇ ਪੰਜਾਬੀ ਜਿਹੜੀ ਕਮਿਊਨਿਟੀ ਦੇ ਵਿੱਚ ਖੇਡੀ ਜਾਣ ਵਾਲੀ ਬਹੁਤ ਪਿਆਰੀ ਜੀ ਗੇਮ ਹੈ ਕਬੱਡੀ, ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਤੇ ਸਪੈਸ਼ਲੀ ਵੀ ਗੋਇੰ ਟੂ ਕਨਸੈਂਟਰੇਟ ਔਨ ਸਾਡੀ ਹੈਲਥ ਦਾ ਕੀ ਸੰਬੰਧ ਹੈ ਕਬੱਡੀ ਦੇ ਨਾਲ, ਕਿਸ ਤਰੀਕੇ ਦੇ ਨਾਲ ਕਬੱਡੀ ਸਾਡੀ ਮਦਦ ਕਰਦੀ ਹੈ ਜਦੋਂ ਅਸੀਂ ਖੇਡਦੇ ਹਾਂ ਫਿਜ਼ੀਕਲ ਫਿਟ ਰਹਿਣ ਦੇ ਵਿੱਚ, ਤੇ ਹੋਰ ਚੀਜ਼ਾਂ ਨੂੰ ਛੱਡ ਕੇ ਅਸੀਂ ਕਬੱਡੀ ਖੇਡਦੇ ਹਾਂ। ਉਹ ਇੱਕ ਕਨਸੈਂਟਰੇਸ਼ਨ ਜਿਹੜੀ ਹੈਗੀ ਸਾਡੀ ਇੱਕ ਚੀਜ਼ ਤੋਂ ਹਟ ਕੇ ਦੂਸਰੀ ਵੱਲ ਲੱਗਦੀ ਹੈਗੀ ਹੈ। ਕਬੱਡੀ ਸਾਡੇ ਪੰਜਾਬੀਆਂ ਦੀ ਇੱਕ ਸ਼ਾਨ ਹੈਗੀ ਹੈ। ਸੋ ਸ਼ਾਨ ਜਿਹੜੀ ਵਧਾਉਣ ਵਾਸਤੇ ਅਸ਼ੋਕ ਦਾਸ ਜੀ, ਜੋ ਕਿ ਹੈਗੇ ਪ੍ਰੈਜ਼ੀਡੈਂਟ ਇੰਗਲੈਂਡ ਕਬੱਡੀ ਦੇ ਐਂਡ ਪ੍ਰੈਜ਼ੀਡੈਂਟ ਵਰਲਡ ਕਬੱਡੀ ਦੇ ਵੀ ਹੈਗੇ ਹੈ। ਸੋ ਉਹਨਾਂ ਦਾ ਸਵਾਗਤ ਕਰਾਂਗੇ ਆਪਣੇ ਕਾਸ਼ੀ ਟੀਵੀ ਤੇ, ਜੋ ਜਾਣਕਾਰੀ ਸਾਨੂੰ ਕਬੱਡੀ ਦੇ ਨਾਲ ਜੁੜੀ ਹੋਈ ਹੈਲਥ ਟਿਪਸ ਦੇ ਬਾਰੇ ਦੇਣ ਵਾਸਤੇ ਹੈ। ਸੋ ਸਵਾਗਤ ਕਰਦੇ ਹਾਂ ਅਸ਼ੋਕ ਦਾਸ ਜੀ ਤੁਹਾਡਾ। ਥੈਂਕ ਯੂ ਸੋ ਮਚ ਫॉर ਕਮਿੰਗ ਟੂ ਕਾਸ਼ੀ ਟੀਵੀ। ਪਹਿਲਾਂ ਬਲਬੀਰ ਜੀ ਥੈਂਕ ਯੂ ਤੁਹਾਡਾ, ਜਿਨ੍ਹਾਂ ਨੇ ਟਾਈਮ ਦਿੱਤਾ ਆਪਣੇ ਸ਼ੋਅ ਦੇ ਵਿੱਚ, ਐਂਡ ਥੈਂਕ ਯੂ ਆਪਣਾ ਕਾਸ਼ੀ ਟੀਵੀ ਤੇ ਜੈ ਗੁਰੂਦੇਵ, ਐਂਡ ਥੈਂਕ ਯੂ ਆਲ ਦੀ ਵਾਚਰ ਕਾਸ਼ੀ ਟੀਵੀ ਦੇਖਣ ਵਾਲਿਆਂ ਨੂੰ। ਹਾਂਜੀ, ਬਹੁਤ ਬਹੁਤ ਕੀ ਕਹਿੰਦੇ ਆ ਮੇਰਾ ਪ੍ਰਣਾਮ। ਬਲਬੀਰ ਜੀ, ਕਬੱਡੀ ਦੀ ਤੁਸੀਂ ਗੱਲ ਕੀਤੀ ਹੈ ਕਿ ਮੇਰਾ ਖਿਆਲ ਵਨ ਆਫ ਦੀ ਓਲਡੈਸਟ ਗੇਮ ਹੈਗੀ ਹੈ। ਹਾਂਜੀ, ਕਬੱਡੀ ਕਬੱਡੀ ਕਬੱਡੀ। ਸੋ ਕਾਈ ਪੀਟੀ, ਸੋ ਕਾਈ ਪੀਟੀ ਇਜ਼ ਸਾਊਥ ਏਸ਼ੀਅਨ ਆਪਣਾ ਵਰਡ ਹੈਗਾ। ਸੋ ਟੱਚ ਕਰਨਾ, ਹੈਂਡ ਨਾਲ ਟੱਚ ਕਰਨਾ, ਸੋ ਇਹਨੂੰ ਕਹਿੰਦੇ ਕਾਈ ਪੀਟੀ। ਸੋ ਦੋ ਕਬੱਡੀਆਂ ਨੇ, ਸਰਕਲ ਤੇ ਰੈਕਟੈਂਗੂਲਰ ਜੀ। ਤੇ ਜੇ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਉਹ ਰੈਕਟੈਂਗੂਲਰ ਕਬੱਡੀ, ਜਿਹਨੂੰ ਇੰਡੀਆ 'ਚ ਨੈਸ਼ਨਲ ਕਬੱਡੀ ਕਹਿੰਦੇ ਨੇ। ਨੈਸ਼ਨਲ ਤਾਂ ਕਹਿੰਦੇ ਸੀ ਇੰਡੀਆ 'ਚ ਕਿ ਇਹ ਨੈਸ਼ਨਲੀ ਖੇਡੀ ਜਾਂਦੀ ਸੀਗੀ। ਹਾਂਜੀ, ਅਤੇ ਇਹਦੇ ਖੇਡਣ ਦੇ ਵਿੱਚ ਜਿਹੜਾ ਪਲੇਅਰ ਨੈਸ਼ਨਲ ਖੇਡ ਜਾਂਦਾ ਸੀ ਉਹਨੂੰ ਕਿਸੇ ਨਾ ਕਿਸੇ ਮਹਿਕਮੇ 'ਚ ਜੋਬ ਮਿਲ ਜਾਂਦੀ ਸੀ ਜੀ। ਜਿਸ ਤਰ੍ਹਾਂ ਇੰਡੀਆ ਦੇ ਵਿੱਚ ਇੰਡੀਅਨ ਆਰਮੀ, ਆਪਣਾ BSF ਬਾਰਡਰ ਸਿਕਿਉਰਿਟੀ ਫੋਰਸ, ਫਿਰ ਮਹਿੰਦਰਾ ਐਂਡ ਮਹਿੰਦਰਾ, ਏਅਰ ਇੰਡੀਆ, ਆਪਣਾ ਪੁਲਿਸ, ਪੰਜਾਬ ਪੁਲਿਸ, ਰੇਲਵੇ, ਕੋਈ ਵੀ ਡਿਪਾਰਟਮੈਂਟ ਦਾ ਆਪ ਜੀ ਨਾਂ ਲਓ, ਉਹਨਾਂ ਦੇ ਕੋਲ ਸਪੋਰਟਸ ਡਿਪਾਰਟਮੈਂਟ ਦਾ ਕੋਟਾ ਹੈਗਾ ਜੀ। ਅਤੇ ਜਿਹੜਾ ਨੈਸ਼ਨਲ ਖੇਡ ਜਾਂਦੇ ਕਬੱਡੀ, ਉਹਨੂੰ ਜੋਬ ਮਿਲਣ ਦੇ ਵਿੱਚ ਬਹੁਤ ਸੌਖ ਹੋ ਜਾਂਦੀ ਸੀ। ਬੜੇ ਪਲੇਅਰ ਇਸ ਵੇਲੇ ਜੋਬ ਕਰਦੇ ਆ, ਉਹਨਾਂ ਦਾ ਕੰਮ ਹੈ ਕਬੱਡੀ ਖੇਡਣੀ, ਅਤੇ ਜਦੋਂ ਨਹੀਂ ਹੋਣੀ ਕਬੱਡੀ ਉਦੋਂ ਜਾ ਕੇ ਹਾਜ਼ਰੀ ਲਾਣੀ। ਸੋ ਇਹ ਕਬੱਡੀ ਦੀ ਇੰਨੀ ਵੱਡੀ ਦੇਣ। ਵਾਓ, ਦੈਟਸ ਸਭ ਤੋਂ ਬੈਸਟ ਜੌਬਸ ਜਿਹੜੀਆਂ ਉਹਨਾਂ ਨੂੰ ਮਿਲਦੀਆਂ ਬੇਸਿਕਲੀ ਯੂ ਕੈਨ ਸੇ। ਪਰ ਮੈਂ ਇਸ ਤੋਂ ਪਹਿਲਾਂ ਅਸੀਂ ਕਬੱਡੀ ਦੇ ਬਾਰੇ ਗੱਲਬਾਤ ਕਰੀਏ ਅਸ਼ੋਕ ਜੀ। ਤੁਸੀਂ, ਤੁਹਾਡਾ ਪਿਆਰ ਜਿਹੜਾ ਕਬੱਡੀ ਦੇ ਨਾਲ, ਆਈ ਕੈਨ ਸੀ ਯੂ ਨੋ ਇਨ ਯੋਰ ਆਈਜ਼ ਲਵ ਫॉर ਕਬੱਡੀ, ਜੋ ਕਿ ਯੂ ਨੋ ਦੈਟਸ ਵਾਈ ਵੀ ਆਰ ਡੂਇੰਗ ਦਿਸ ਸ਼ੋਅ। ਅਤੇ ਮੈਂ ਜਾਣਨਾ ਚਾਹੁੰਦੀ ਹਾਂ ਪਿਆਰ ਜਿਹੜਾ ਤੁਹਾਡਾ ਕਦੋਂ, ਕਿਹੜੀ ਉਮਰ ਦੇ ਵਿੱਚ ਉੱਭਰ ਕੇ ਆਇਆ ਵੀ ਹਾਂ ਮੈਂ ਕਬੱਡੀ ਦੇ ਵਿੱਚ ਗੇਮਸ ਖੇਡਣੀਆਂ, ਜਾਂ ਇਹੀਓ ਮੈਂ ਆਪਣੇ ਲੇਟਰ ਔਨ ਫਿਊਚਰ ਦੇ ਵਿੱਚ ਇਹਨੂੰ ਆਪਣੀ ਕਰੀਅਰ ਦੇ ਤੌਰ 'ਤੇ ਜਾਂ ਲੋਕਾਂ ਨੂੰ ਉਤਸ਼ਾਹ ਕਰਨਾ ਇਹਦੇ ਬਾਰੇ। ਬਲਬੀਰ ਜੀ, ਕਿ ਹਰ ਇੱਕ ਆਦਮੀ ਮੇਰੇ ਖਿਆਲ ਜੋ ਵੀ ਪੈਦਾ ਹੋਇਆ, ਹਾਂਜੀ, ਕਈਆਂ ਦੇ ਡਰੀਮ ਨੇ, ਕਈਆਂ ਨੂੰ ਬਣਾਉਣੇ ਪੈਂਦੇ ਨੇ, ਕਈਆਂ ਨੂੰ ਬਣੇ ਬਣਾਏ ਮਿਲ ਜਾਂਦੇ ਨੇ, ਅਤੇ ਇੱਕ ਪੈਸ਼ਨ, ਜਦੋਂ ਤੁਸੀਂ ਉਸ ਪੈਸ਼ਨ ਨੂੰ ਲੈ ਕੇ ਆਪਣਾ ਡਰੀਮ ਦੀ ਡਰਾਇੰਗ ਕਰਦੇ ਹੋ, ਜਿੱਦਾਂ ਮਕਾਨ ਬਣਾਉਣ ਵਾਸਤੇ ਜਗ੍ਹਾ ਲੈਂਦੇ ਹੋ, ਫਿਰ ਉਹ 'ਤੇ ਸੁੰਦਰ ਬੰਗਲਾ ਬਣਾਉਣ ਵਾਸਤੇ ਉਹਦੀ ਇੱਕ ਆਰਕੀਟੈਕਟ ਨੂੰ ਲੱਭ ਕੇ ਸੁੰਦਰ ਡਰਾਇੰਗ ਕਰਦੇ ਆ। ਹਾਂਜੀ, ਫਿਰ ਉਸ ਤੋਂ ਬਾਅਦ ਬਿਲਡਰ ਆ ਕੇ ਉਹਨੂੰ ਤੁਹਾਡਾ ਜਿਹੜਾ ਡਰੀਮ ਆ ਉਹਨੂੰ ਸਵਾਰਦੇ ਨੇ। ਇਸ ਤਰ੍ਹਾਂ ਹੀ ਹਰ ਬੰਦੇ ਦਾ ਇੱਕ ਅੰਬੀਸ਼ਨ ਹੈਗਾ। ਮੇਰਾ ਅੰਬੀਸ਼ਨ ਕਬੱਡੀ ਸੀ, ਪਰ ਉਹ ਕਿੱਦਾਂ ਪੂਰਾ ਹੋਣਾ ਇਹ ਉਹਨੂੰ ਪਤਾ ਸੀ, ਪਰ ਮੈਂ ਡਰਾਇੰਗ ਦੇ ਨਾਲ ਚੱਲਦਾ ਗਿਆ। ਹਾਂਜੀ, ਇੱਕ ਇਕੱਲਾ ਬੰਦਾ ਕੀ ਕਹਿੰਦੇ ਕਿ ਸਫ਼ਰ ਕਰ ਸਕਦਾ, ਪਰ ਜਿੱਦਾਂ ਮੈਂ ਤੈਨੂੰ ਕਿਹਾ ਕਿ ਮਕਾਨ ਬਣਾਉਣ ਵਾਸਤੇ, ਇਸ ਡਰੀਮ ਨੂੰ ਪੂਰਾ ਕਰਨ ਵਾਸਤੇ ਤੁਹਾਨੂੰ ਦੂਸਰਿਆਂ ਦੀ ਵੀ ਲੋੜ ਹੁੰਦੀ। ਮੈਂ ਇਕੱਲਾ ਨਹੀਂ, ਕਿਉਂਕਿ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ, ਖਾਸ ਕਰਕੇ ਠੀਕ ਹੈ ਕਿ ਕਈ ਕਹਿੰਦੇ ਆ ਕਿ ਵੀ ਵਾਈਫ ਜਾਂ ਹਰ ਸਕਸੈਸਫੁਲ ਬੰਦੇ ਦੇ ਪਿੱਛੇ ਔਰਤ ਹੁੰਦੀ ਹੈ। ਯੈਸ, ਇਹ ਹੈਗਾ। ਔਰ ਕਿਉਂਕਿ ਕਿਉਂ ਹੈਗਾ, ਇਹ ਨਹੀਂ ਹੈਗਾ ਕਿ
ਬੰਦਾ ਲੇਡੀ ਕੋਲੋਂ ਡਰਦਾ ਜਾਂ ਲੇਡੀ ਆਦਮੀ ਕੋਲ ਡਰਦੀ ਹੈ, ਇਹ ਨਹੀਂ। ਹਾਂਜੀ। ਜਦੋਂ ਤੁਸੀਂ ਦੋਨੇ ਕਮਿਟਮੈਂਟ ਕਰ ਲੈਂਦੇ ਹੋ, ਵਿਆਹ ਦੀਆਂ ਡੋਰਾਂ 'ਚ ਬੰਝ ਜਾਂਦੇ ਹੋ, ਤੇ ਤੁਸੀਂ ਇੱਕ ਦੂਜੇ ਦੇ ਸਾਥੀ ਬਣ ਜਾਂਦੇ ਹੋ। ਹਾਂਜੀ। ਜਿਸ ਤਰ੍ਹਾਂ ਅਸੀਂ ਕਿਸੇ ਦੇ ਫਰੈਂਡ ਬਣ ਜਾਂਦੇ, ਕਲੋਜ਼ ਫਰੈਂਡ। ਜੇ ਤਾਂ ਤੁਸੀਂ ਇਹ ਰਿਲੇਸ਼ਨ ਰੱਖਦੇ ਹੋ ਤਾਂ ਤੁਸੀਂ ਜ਼ਿੰਦਗੀ 'ਚ ਸੁੱਖੇ ਰਹਿੰਦੇ ਹੋ, ਆਨੰਦ ਮਾਣਦੇ ਹੋ। ਕਿਉਂ? ਤੁਸੀਂ ਹਰ ਗੱਲ ਆਪਣੇ ਉਸ ਫਰੈਂਡ ਨਾਲ ਕਰ ਲੈਂਦੇ ਹੋ ਜਿਹੜੀ ਤੁਸੀਂ ਵੋਟੀ ਨਾਲ ਨਹੀਂ ਕਰਦੇ। ਅਸੀਂ ਹਮੇਸ਼ਾ ਵਿਆਹ ਕਰਕੇ ਵੋਟੀ ਤੱਕ ਸੀਮਤ ਰਹਿ ਜਾਂਦੇ ਹਾਂ। ਮੈਂ ਆਪਣੇ ਪਾਰਟਨਰ ਨੂੰ ਮੈਂ ਫਰੈਂਡ ਬਣਾਇਆ। ਫਰੈਂਡ ਨਾਲ ਕੀ ਹੈ ਕਿ ਜਦੋਂ ਤੁਸੀਂ ਨੂੰ ਕੋਈ ਮੁਸੀਬਤ ਆਉਂਦੀ ਹੈ ਜਾਂ ਕੋਈ ਸ਼ੇਅਰ ਕਰਨਾ ਦਾ, ਤੁਸੀਂ ਬਿਨਾਂ ਹਿਜਕ ਕਿਸੇ ਦਾ ਸ਼ੇਅਰ ਕਰ ਸਕਦੇ। ਠੀਕ ਹੈ। ਤੁਸੀਂ ਇੱਕ ਦੂਜੇ ਦੀ ਮਦਦ ਕਰਦੇ ਹੋ। ਇੰਡੀਆ ਦੇ ਵਿੱਚ ਕਈ ਵਾਰੀ ਇੱਕ ਫਰੈਂਡ ਨੇ ਦੂਸਰੇ ਫਰੈਂਡ ਵਾਸਤੇ ਕੁੱਟਾਂ ਵੀ ਖਾਧੀਆਂ, ਕਿਉਂਕਿ ਦੇ ਲਵ ਈਚ ਅਦਰ ਕੇ ਸਪੋਰਟ ਕਰਦੇ। ਇਸ ਤਰ੍ਹਾਂ ਹੀ ਮੇਰੀ ਕਾਮਯਾਬੀ ਦੇ ਪਿੱਛੇ ਠੀਕ ਹੈ ਕਿ ਸਾਡੇ ਗੁਰੂ, ਜਿਨ੍ਹਾਂ ਨੂੰ ਮੈਂ ਦਰਸ਼ਨ ਦਾਸ ਕਹਿੰਦਾ, ਉਹਨਾਂ ਨੇ ਮੈਨੂੰ ਵਚਨ ਦਿੱਤਾ ਸੀ ਜਿੱਥੇ ਅੱਜ ਮੈਂ ਪਹੁੰਚਿਆ। ਪਰ ਮੇਰੀ ਵਾਈਫ ਨੇ ਇਹਦੇ 'ਚ ਮੇਰਾ ਬਹੁਤ ਸਾਥ ਦਿੱਤਾ। ਕਦੀ ਨਹੀਂ ਪੁੱਛਿਆ ਕਿ ਵੀ ਪੈਸਾ ਕਿੱਥੇ ਲਗਾਇਆ, ਕਿਉਂ ਲਗਾਇਆ, ਕਿੱਥੇ ਗਏ, ਕਿੱਥੇ ਨਹੀਂ। ਸੋ ਈਵਨ ਕਿ ਮੋਢੇ ਨਾਲ ਮੋਢਾ ਲਾ ਕੇ ਮੇਰਾ ਸਾਥ ਦਿੱਤਾ। ਸੋ ਮੇਰਾ ਜਿਹੜਾ ਡ੍ਰੀਮ ਪੂਰਾ ਕਰਨ ਦੇ ਵਿੱਚ ਇਹ ਉਹਨਾਂ ਦਾ ਬਹੁਤ ਜ਼ਿਆਦਾ ਹੱਥ ਹੈ। ਜਦੋਂ ਮੈਂ ਇੰਗਲੈਂਡ ਆ ਗਿਆ ਤੇ ਇੱਥੇ ਸਭ ਨੂੰ ਹੁੰਦਾ ਕਿ ਪੈਸੇ ਕਮਾਓ, ਘਰ ਬਣਾਓ, ਸੋਹਣੀਆਂ ਸੋਹਣੀਆਂ ਗੱਡੀਆਂ ਲਓ ਤੇ ਪਿੱਛੇ ਮਦਦ ਕਰੋ। ਇਹ ਅਸੀਂ ਵੀ ਕੀਤੀ, ਪਰ ਮੈਂ ਆਪਣੇ ਦਿਲ 'ਚ ਇੱਕ ਨਿਰਣਾ ਕੀਤਾ ਸੀ ਕਿ ਜਿਹੜਾ ਦਸਵੰਤ ਕਹਿੰਦੇ ਆ ਗੁਰੂ ਘਰ 'ਚ ਪਾਉਣਾ, ਤਾਂ ਮੈਂ ਸੱਚੇ ਪਾਤਸ਼ਾਹ ਨੂੰ ਕਿਹਾ ਸੀ ਇਹ ਤੇਰੀ ਦਿੱਤੀ ਦੇਣ ਹੈ ਮੈਨੂੰ, ਮੈਂ ਇਹ ਦਸਵੰਤ ਕਬੱਡੀ 'ਚ ਪਾਵਾਂਗਾ। ਆਹ ਵਾਓ। ਇਸੇ ਕਰਕੇ ਮੈਂ ਕਿਹਾ ਵੀ ਤੁਹਾਡਾ ਜਿਹੜਾ ਪਿਆਰ ਹੈ ਆਈ ਕੈਨ ਸੀ ਕਬੱਡੀ ਦੇ ਨਾਲ। ਆਈ ਮੀਨ ਲਾਸਟ ਅਸੀਂ ਜਦੋਂ ਸ਼ੋਅ ਕੀਤਾ ਸੀਗਾ, ਇਟਸ ਆਈ ਥਿੰਕ 1.5 year ਬੈਕ ਜੀ, ਉਦੋਂ ਵੀ ਮੈਨੂੰ ਪਤਾ ਲੱਗਿਆ ਹਾਊ ਮਚ ਤਾਂ ਹੀ ਤੁਸੀਂ ਵਟ ਯੂ ਆਰ, ਦੈਟਸ ਵਟ ਯੂ ਆਰ, ਇਜ਼ਨਟ ਇਟ? ਇਹ ਬਲੈਸਿੰਗ ਜ਼ਰੂਰੀ ਹੈ ਤੁਹਾਡੇ, ਕੀ ਕਹਿੰਦੇ ਆ, ਕਿਸੇ ਈਸਟ ਨੂੰ ਜਿਹਨੂੰ ਤੁਸੀਂ ਆਪਣਾ ਰਹਿਬਰ ਗੁਰੂ ਮੰਨ ਲੈਂਦੇ ਹੋ। ਗੁਰੂ ਦਾ ਮਤਲਬ ਮੈਂ ਥੋੜ੍ਹਾ ਜਿਹਾ ਆਊਟ ਆਫ ਲਾਈਨ ਜਾ ਰਿਹਾ। ਗੁਰੂ ਜਿੱਦਾਂ ਜਿਹਨੇ ਮੈਨੂੰ ਕਬੱਡੀ ਸਿਖਾਈ, ਗੁਰੂ ਗਿਆਨ ਦਿੱਤਾ ਕਬੱਡੀ ਦਾ, ਅੱਗਿਓਂ ਜਿਹਨੇ ਮੈਨੂੰ ਇਸ ਮਾਰਗ ਦਾ ਗਿਆਨ ਦਿੱਤਾ ਕਿ ਦੁਨੀਆਦਾਰੀ 'ਚ ਕਿੱਦਾਂ ਜੀਣਾ, ਠੀਕ ਹੈ, ਰੱਬ ਦੇ ਮਾਰਗ 'ਤੇ ਕਿੱਦਾਂ ਚੱਲਣਾ, ਉਹਨੂੰ ਹੀ ਗੁਰੂ ਕਹਿੰਦੇ ਆ। ਕਿਸੇ ਨੇ ਤੁਹਾਨੂੰ ਮਸ਼ੀਨ ਚਲਾਉਣੀ ਸਿਖਾਈ, ਉਹ ਵੀ ਗੁਰੂ। ਸੋ ਇਸ ਹਿਸਾਬ ਦਾ ਗੁਰੂ ਤੈਨੂੰ ਹਰ ਮਾਰਗ 'ਚ ਮਿਲਦਾ। ਸੋ ਜਿਨ੍ਹਾਂ ਨੇ ਮੈਨੂੰ ਇਹ ਵਚਨ ਦਿੱਤਾ ਉੱਥੇ ਮੈਂ ਪਹੁੰਚਿਆ। ਅਤੇ ਮੇਰਾ ਸੁਪਨਾ ਇਹ ਹੈ ਕਿ ਜੋ ਮੈਨੂੰ ਕਮਿਊਨਿਟੀ ਕੋਲ ਮਿਲਿਆ ਮੈਂ ਉਹਨੂੰ ਵਾਪਸ ਕਰਾਂ। ਅਤੇ ਕਿਸੇ ਨਾ ਕਿਸੇ ਨੂੰ ਰੱਬ ਚੁਣਦਾ, ਕਿਸੇ ਨਾ ਕਿਸੇ ਨੂੰ ਰੱਬ ਚੁਣਦਾ। ਤੁਸੀਂ ਚੁਣੇ ਜਾਂਦੇ ਹੋ ਕੰਮ ਕਰਨ ਵਾਸਤੇ, ਤੁਸੀਂ ਨਾ ਵੀ ਚਾਹੁੰਦੇ ਹੋ ਤੁਹਾਨੂੰ ਕਰਨਾ ਪੈਂਦਾ। ਜੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਨਾ ਚੁਣੇ ਜਾਂਦੇ, ਆਪਣੀ ਸ਼ਹਾਦਤ ਨਾ ਦਿੰਦੇ, ਤੇ ਸ਼ਾਇਦ ਆਜ਼ਾਦੀ ਜਿਹੜੀ ਇੰਡੀਆ ਦੀ ਇੰਨੀ ਜਲਦੀ ਨਾ ਮਿਲਦੀ। ਉਹਨਾਂ ਨੇ ਇਹ ਨਹੀਂ ਸੋਚਿਆ ਅਸੀਂ ਕੁਆਰੇ ਹਾਂ, ਸਾਡਾ ਜੀਵਨ ਹੈ, ਅਸੀਂ ਜੀਵਨ ਜੀਏ, ਅਸੀਂ ਕੀ ਲੈਣਾ ਇਹਦੇ ਵਿੱਚੋਂ। ਪਰ ਉਹਨਾਂ ਕਿਹਾ ਨਹੀਂ, ਅਸੀਂ ਇਹਨੂੰ ਸਿਰੇ ਚੜ੍ਹਾਉਣਾ। ਜੇ ਅਸੀਂ ਇਹ ਨਹੀਂ ਕਰਦੇ ਤਾਂ ਬਹੁਤ ਦੇਰ ਲੱਗ ਜਾਣੀ ਹੈ। ਸੋ ਉਹਨਾਂ ਨੂੰ ਰੱਬ ਨੇ ਚੁਣਿਆ ਸੈਕਰੀਫਾਈ ਕਰਨ ਵਾਸਤੇ, ਅਤੇ ਅਸੀਂ ਉਹ ਚੀਜ਼ ਦਾ ਅੱਜ ਆਨੰਦ ਮਾਣ ਰਹੇ ਹਾਂ, ਆਜ਼ਾਦ ਇੰਡੀਅਨ। ਠੀਕ ਹੈ। ਇਸੇ ਬਾਰੇ ਰੱਬ ਨੇ ਸ਼ਾਇਦ ਮੈਨੂੰ ਕਬੱਡੀ 'ਚ ਚੁਣਿਆ ਕਿ ਇੱਕ ਉਹ ਸਪੋਰਟਸ ਹੈ ਜਿਹੜੀ ਸਭ ਤੋਂ ਓਲਡ, ਵਨ ਆਫ ਦੀ ਓਲਡ ਸਪੋਰਟਸ, ਕਿ ਇਹਨੂੰ ਫੈਲਾਉਣ ਵਾਸਤੇ, ਇਹਨੂੰ ਕਰਨ ਵਾਸਤੇ। ਜਿਸ ਤਰ੍ਹਾਂ ਮੈਂ ਅੱਗੇ ਵੀ ਕਿਹਾ ਕਿ ਮੈਂ ਇਕੱਲਾ ਨਹੀਂ, ਇਹਦੇ ਵਿੱਚ ਸਾਰਿਆਂ ਦਾ ਯੋਗਦਾਨ ਹੈ। ਯੈਸ, ਮੈਨੂੰ ਨਾ ਇੱਕ ਬਹੁਤ ਪਿਆਰਾ ਜਿਹਾ ਸ਼ੇਰ ਯਾਦ ਆ ਗਿਆ, ਮੈਂ ਇੱਕ ਦੋ ਵਾਰੀ ਆਲਰੇਡੀ ਯੂਜ਼ ਕੀਤਾ ਸੀਗਾ। ਉਹ ਹੈਗਾ, ਮੈਂ ਅਕੇਲਾ ਹੀ ਚਲਾ ਥਾ ਸਫ਼ਰ ਪਰ, ਲੋਕ ਮਿਲਤੇ ਗਏ ਔਰ ਇੱਕ ਕਾਰਵਾ ਬਣ ਗਿਆ। ਵਾਹ। ਸੋ ਜਿਹੜਾ ਕੋਈ ਵੀ ਸਫ਼ਰ ਅਸੀਂ ਸਟਾਰਟ ਕਰਦੇ ਹਾਂ, ਆਈ ਥਿੰਕ ਉਹ ਇਕੱਲੇ ਹੀ ਸਾਨੂੰ ਸਟਾਰਟ ਕਰਨਾ ਪੈਂਦਾ ਹੈਗਾ। ਜਿਹੜੀ ਜਰਨੀ ਹੈ, ਪਰ ਉਸ ਤੋਂ ਬਾਅਦ ਸਾਡੇ ਨਾਲ ਕੋਈ ਨਾ ਕੋਈ ਜੁੜਦਾ ਰਹਿੰਦਾ ਹੈ ਸਾਡੀ ਮਦਦ ਲਈ। ਜਿੱਦਾਂ ਤੁਸੀਂ ਟੀਚਰ ਐਜ਼ ਵੀ ਡੂ ਸਪਿਰਿਚੁਅਲ ਟੋਕ ਇਜ਼ ਵੈਲ ਸਾਡੇ ਹੈਲਥ ਟੋਕ ਸ਼ੋ ਦੇ ਵਿੱਚ। ਸੋ ਅੱਜ ਸਪਿਰਿਚੁਅਲਿਟੀ ਦੀ ਵੀ ਗੱਲ ਹੋ ਗਈ ਹੈ, ਥੋੜ੍ਹੀ ਜਿਹੀ ਤੁਹਾਡੇ ਕੋਲੋਂ ਸਾਨੂੰ ਜਾਣਕਾਰੀ ਮਿਲੀ ਹੈ। ਜ਼ਰੂਰ ਜੀ। ਜੇ ਤੁਸੀਂ ਇਹਦੀ ਗੱਲ ਕੀਤੀ, ਮੈਂ ਥੋੜ੍ਹਾ ਜਿਹਾ ਜ਼ਰੂਰ ਕਹਿਣਾ ਚਾਹਾਂਗਾ। ਹਾਂਜੀ ਜ਼ਰੂਰ। ਕਿ ਜਦੋਂ ਆਪਾਂ ਘਰ ਬੈਠ ਕੇ ਸੋਪ ਦੇਖਦੇ ਹਾਂ, ਕੀ ਕਹਿੰਦੇ, ਡਰਾਮਾ ਦੇਖਦੇ ਹਾਂ, ਫਿਲਮ ਦੇਖਦੇ ਹਾਂ, ਜੇ ਸਾਨੂੰ ਚੰਗੀ ਲੱਗਦੀ ਤਾਂ ਅਸੀਂ ਉਹਦੇ ਵਿੱਚ ਬਹੁਤ ਰੁੱਝ ਜਾਂਦੇ ਹਾਂ ਜੀ। ਅਗਰ ਕੋਈ ਥੋੜ੍ਹਾ ਜਿਹਾ ਵੀ ਰੌਲਾ ਪਾਵੇ, ਸ਼ੋਰ ਹੋਵੇ, ਤਾਂ ਇਹ ਕਹਿੰਦੇ ਕਿ ਨਹੀਂ, ਸਾਨੂੰ ਮਜ਼ਾ ਆ ਰਿਹਾ ਹੁੰਦਾ। ਤਾਂ ਮੈਂ ਹਮੇਸ਼ਾ ਕਿਹਾ ਕਰਦਾ, ਜਦੋਂ ਤੁਸੀਂ 5 ਮਿੰਟ ਕੱਢੋ ਉਹ ਰੱਬ ਵਾਸਤੇ, ਜਦੋਂ ਵੀ, ਉਹ ਉਦੋਂ ਕੱਢੋ ਜਦੋਂ ਤੁਸੀਂ ਤੇ ਉਹ ਹੋਵੇ, ਉਹਦੇ ਵਿੱਚ ਕੋਈ ਨਾ ਹੋਵੇ। ਉਹ 5 ਮਿੰਟ ਜਿਹੜੇ ਆ ਤੁਹਾਡੇ 5 ਸਾਲ ਦੇ ਬਰਾਬਰ ਹੋ ਜਾਣੇ।
पर जे असीं ये सोचांगे कि मैं 1 घंटा जाप करना, 1 घंटा सिमरन करना, सतनाम वाहिगुरू करना, तो ध्यान तुहाडा खब्बे सज्जे दूसरिਆਂ 'ਚ जाना, वो सारा बेकार। ਤੁਹਾਨੂੰ ਉਹਦਾ ਮੁਆਵਜ਼ਾ ਤਾਂ ਹੀ ਮਿਲਣਾ ਜਦੋਂ ਕਹਿੰਦੇ ਨਾ ਪ੍ਰੀਤਮ ਅੱਜ ਦਿਲ ਖੁਸ਼ ਤਾਂ ਹੋਵੇ, ਇੱਕ ਤੂੰ ਹੋਵੇ ਇੱਕ ਮੈਂ ਹੋਵਾਂ, ਤੇ ਕਿਤੇ ਵੱਖਰੀ ਜਿਹੀ ਇੱਕ ਥਾਂ ਹੋਵੇ ਕਿ ਜਿੱਥੇ ਨਾ ਸ਼ੋਰ ਨਾ ਸ਼ਰਾਬਾ ਨਾ ਕਿਸੇ ਦੀ ਇੰਟਰਫੀਰੈਂਸ ਹੋਵੇ। ਇਹ ਰੱਬ ਕਹਿੰਦਾ, ਉਹ ਕਹਿੰਦਾ ਤੂੰ ਕੰਮ ਕਰ ਆਪਣਾ, ਸਭ ਕੁਛ ਕਰ, ਪਰ ਜਦੋਂ ਮੈਨੂੰ ਯਾਦ ਕਰਨਾ ਨਾ ਉਦੋਂ ਤੂੰ ਤੇ ਮੈਂ ਹੋਵਾਂ, ਵਿੱਚ ਹੋਰ ਨਾ ਕੋਈ ਹੋਵੇ। हाँ, गुरदास मान का गाना हैगा है ना, विच टंग ना अड़ावे तेरी माँ मुंडिया। We got some music in our show today। ते मैं जानना चाहांगी अशोक जी तुहाडे कोलों फर्स्टली जिहड़ी कबड्डी हैगी अपनी गेम पंजाबियां दी बहुत प्यारी गेम मन्नी जाती है। सम टाइम भी जिद्दां असीं नूं इन्ना सपोर्ट नहीं करते हैगे, साडी फैमिलीज़ दे विच इन्ना सपोर्ट नहीं किया जाता, पर सब तो पहले जानते हैं कि कबड्डी इन जनरल हैल्थ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਵਿਊਅਰਸ ਨੂੰ ਦੱਸੋ ਵੀ ਜਿਹੜੇ ਮੇਨ ਪੁਆਇੰਟਸ ਜਿਹੜੇ ਆ ਸਾਡੀ ਹੈਲਥ ਦੇ ਵਿੱਚ ਕਿੱਦਾਂ ਕਬੱਡੀ ਹੈਲਪ ਕਰਦੀ ਹੈਗੀ ਆ। ਦੇਖੋ ਜਿੰਨੀਆਂ ਵੀ ਸਪੋਰਟਸ ਹੈਗੀਆਂ ਉਹ ਸਾਰੀਆਂ ਤੁਹਾਡੀ ਹੈਲਥ ਨੂੰ ਸਪੋਰਟ ਕਰਦੀਆਂ, ਰਾਈਟ? ਹਾਂਜੀ। ਕਬੱਡੀ ਇੱਕ ਇਹੋ ਜਿਹੀ ਸਪੋਰਟ ਹੈਗੀ ਆ ਜਿਹਦੇ ਵਿੱਚ ਤੁਸੀਂ ਗੇਮ ਖੇਡਦੇ ਹੋਵੇ ਆਪਣੀ ਜਿਹੜੀ ਹੈ ਪ੍ਰਣਾਯਮ ਜਿਹਨੂੰ ਕਹਿੰਦੇ ਕਿ ਤੁਹਾਡੀ ਪ੍ਰਣਾਲੀ ਯੋਗਾ ਉਹ ਤੁਸੀਂ ਕਰਦੇ ਹੋ। ਸ਼ੁਰੂ ਤੋਂ ਜਦੋਂ ਕਬੱਡੀ ਚੱਲੀ ਸੀ ਉਹਦੇ 'ਚ ਤੁਹਾਨੂੰ ਚੈਂਟ ਕਰਨਾ ਪੈਂਦਾ ਸੀ, ਕਬੱਡੀ 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 ਕਬੱਡੀ, ਯੂ ਹੈਵ ਟੂ ਹੋਲਡ ਅ ਬ੍ਰੈਥ, ਇੱਕ ਸਾਹ ਲੈ ਕੇ ਉਸ ਤੋਂ ਬਾਅਦ ਤੁਸੀਂ ਕਬੱਡੀ 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 ਨਾਲ ਕਿਰਿਆ ਕਰਨੀ ਹੈ, ਨਾਲ ਲੈਫਟ ਰਾਈਟ ਤੁਸੀਂ ਰੇਡ ਪਾਣੀ ਹੈ। ਜਦੋਂ ਤੁਸੀਂ ਚਾਂਟ ਕਰਦੇ ਹੋ ਤੁਹਾਡੀ ਨਾਭੀ ਤੋਂ ਜਿਹੜਾ ਤੁਸੀਂ ਸਾਹ ਲਿਆ ਇੱਕ ਵਾਰੀ ਸਾਹ ਭਰ ਕੇ ਜੋ ਤੁਸੀਂ ਚਾਂਟ ਕਰਦੇ ਕਬੱਟ ਕਬੱਟ ਕਬੱਟ, ਸੋ ਤੁਹਾਡੇ ਜਿਹੜੇ ਲੰਗਸ ਹੈਗੇ ਨੇ ਉਹਨਾਂ ਦੀ ਐਕਸਰਸਾਈਜ਼ ਹੁੰਦੀ ਹੈ ਕਿ ਤੁਸੀਂ ਬ੍ਰੈਥ ਹੋਲਡ ਕਰਕੇ ਐਕਸਰਸਾਈਜ਼ ਕਰ ਰਹੇ ਹੋ। ਤੇ ਅਸੀਂ ਇਹ ਭੁੱਲ ਜਾਂਦੇ ਹਾਂ, ਅਸੀਂ ਕਿੰਨੇ ਜਣੇ ਆ ਜਿਹੜੇ ਆਪਣੇ ਘਰ 'ਚ ਬਹਿ ਕੇ ਅਸੀਂ ਲੱਤਾਂ ਬਾਹਾਂ ਦੀ ਐਕਸਰਸਾਈਜ਼ ਕਰ ਲੈਂਦੇ ਹਾਂ, ਪਰ ਸਾਡੇ ਜਿਹੜੇ ਲੰਗਸ ਹੈਗੇ ਆ ਉਹਨਾਂ ਨੂੰ ਵੀ ਐਕਸਰਸਾਈਜ਼ ਚਾਹੀਦੀ ਹੈ, ਜਿਹੜੇ ਔਰਗਨ ਸਾਡੇ ਨਾ ਉਹਨਾਂ ਨੂੰ ਵੀ ਐਕਸਰਸਾਈਜ਼ ਚਾਹੀਦੀ ਹੈ। ਇਸ ਕਰਕੇ ਯੋਗਾ 'ਚ ਕਿੰਨੇ ਤਰ੍ਹਾਂ ਦੇ ਨਾ ਐਕਸਰਸਾਈਜ਼ ਹੈਗੀਆਂ ਖੱਬੇ ਸੱਜੇ, ਤਾਂ ਕਿ ਤੁਹਾਡੀਆਂ ਜਿਹੜੀਆਂ ਨਾਲੀਆਂ ਹੈਗੀਆਂ ਪ੍ਰਣਾਯਮ ਅੰਦਰ ਆਪਣੇ ਔਰਗਨ ਹੈ ਉਹਨਾਂ ਨੂੰ ਐਕਸਰਸਾਈਜ਼ ਮਿਲੇ। ਸੋ ਸਾਡੇ ਫੇਫੜਿਆਂ ਨੂੰ ਵੀ ਐਕਸਰਸਾਈਜ਼ ਚਾਹੀਦੀ ਹੈ। ਜੇ ਤੁਸੀਂ ਐਕਸਰਸਾਈਜ਼ ਨਹੀਂ ਕਰਦੇ ਜਿਹੜੇ ਫੇਫੜਿਆਂ ਦੇ ਮਸਲਸ ਹੈਗੇ ਆ ਉਹ ਲਾਈਕ ਉੱਥੇ ਬਾਉਂਡ ਹੋ ਜਾਂਦੇ ਆ, ਤੇ ਜਦੋਂ ਤੁਸੀਂ ਜ਼ਿਆਦਾ ਸਾਹ ਲੈਂਦੇ ਹੋ ਜਾਂ ਦੌੜਦੇ ਹੋ ਤੁਹਾਨੂੰ ਸਾਹ ਚੜ੍ਹਦਾ, ਉਹ ਸਾਹ ਤਾਂ ਚੜ੍ਹਦਾ ਕਿਉਂਕਿ ਤੁਸੀਂ ਉਹਨਾਂ ਨੂੰ ਯੂਜ਼ ਹੀ ਨਹੀਂ ਕੀਤਾ, ਤੁਸੀਂ ਯੂਜ਼ ਕੀਤਾ ਸਿਰਫ ਆਪਣੇ ਇੱਥੋਂ ਤੱਕ। ਆਮ ਬੰਦੇ ਅਸੀਂ ਜਿਹੜੇ ਸਾਹ ਲੈਂਦੇ ਹਾਂ ਅਸੀਂ ਪੂਰਾ ਸਾਹ ਨਹੀਂ ਲੈਂਦੇ, ਅਸੀਂ ਸਾਹ ਇੰਨਾ ਕੁ ਲੈਂਦੇ ਹਾਂ, ਅਸੀਂ ਕਦੀ ਇੱਦਾਂ ਸਾਹ ਲਿਆ ਨਹੀਂ। ਸਾਹ ਤੁਹਾਨੂੰ ਫੇਫੜੇ 'ਚ ਨਾਭੀ ਤੋਂ ਲੈਣਾ ਚਾਹੀਦਾ। ਅਸੀਂ ਅੱਧਾ ਸਾਹ ਲੈਂਦੇ, ਅੱਧਾ ਸਾਹ। ਅੱਧੇ ਸਾਹ 'ਚ ਕੀ ਹੈ ਸਾਡੇ ਫੇਫੜਿਆਂ ਨੂੰ ਜ਼ਿਆਦਾ ਵਰਕਿੰਗ ਨਹੀਂ ਮਿਲਦੀ, ਫੇਫੜੇ ਵੀਕ ਹੁੰਦੇ ਆ। ਨਹੀਂ ਤੇ ਤੁਸੀਂ ਆਪ ਸੋਚੋ ਜਦੋਂ ਕੋਈ ਪੌੜੀਆਂ ਚੜ੍ਹਦਾ ਕਹਿੰਦਾ ਸਾਹ ਚੜ੍ਹ ਗਿਆ, ਹਾਂਜੀ ਥੋੜ੍ਹਾ ਜਿਹਾ ਆਪਣੇ ਬੱਚਿਆਂ ਪਿੱਛੇ ਦੌੜਦੇ ਕਹਿੰਦੇ ਸਾਹ ਚੜ੍ਹ ਗਿਆ, ਕਿਉਂਕਿ ਜਦ ਤੁਸੀਂ ਉਹਨਾਂ ਨੂੰ ਐਕਸਰਸਾਈਜ਼ ਨਹੀਂ ਦਿੱਤੀ ਆਪਣੇ ਫੇਫੜਿਆਂ ਨੂੰ, ਤੇ ਜਦੋਂ ਤੁਸੀਂ ਦਿੱਤੀ ਹੈ ਉਹ ਉਨੇ ਕਾਬਲ ਨਹੀਂ ਹੁੰਦੇ ਕਿ ਤੁਹਾਡੀ ਰੇਸ ਨਾ ਚੱਲ ਸਕਣ। ਇਸ ਕਰਕੇ ਇਸ ਕਬੱਡੀ ਦੇ ਵਿੱਚ ਪ੍ਰਣਾਯਮ ਯੋਗਾ ਕਹਿੰਦੇ ਆ, ਜਦੋਂ ਬ੍ਰੈਥ ਹੋਲਡ ਕਰਕੇ ਕਬੱਚ 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 ਕਹਿੰਦੇ ਆ ਤੁਹਾਡਾ ਜਿਹੜਾ ਪੇਟ ਆ ਉਹ ਇੱਦਾਂ ਅੰਦਰ ਬਾਹਰ ਜਾਂਦਾ, ਤੁਹਾਡੇ ਫੇਫੜਿਆਂ ਦੀ ਐਕਸਰਸਾਈਜ਼ ਹੁੰਦੀ। ਇਸ ਕਰਕੇ ਕਬੱਡੀ ਜਿਹੜੀ ਹੈ ਬਾਕੀ ਸਪੋਰਟਸ ਦੇ ਨਾਲੋਂ ਉੱਚੀ ਹੈ। ਡੈਫੀਨੇਟਲੀ ਬਿਕੋਜ਼ ਇਹਦਾ ਆਊਟਸਟੈਂਡਿੰਗ ਜਿੱਦਾਂ ਤੁਸੀਂ ਦੱਸਿਆ ਕਿ ਵੀ ਬਰੀਥਿੰਗ ਵਾਸਤੇ ਹੁਣ ਆਪਣੇ ਕਰੋਨਾ ਵਾਇਰਸ ਦੀ ਜਿਹੜੀ ਪ੍ਰੋਬਲਮ ਹੋਈ ਸੀ ਰੀਸੈਂਟਲੀ ਉਹਦੇ ਵਿੱਚ ਅਗਰ ਅਸੀਂ ਆਈ ਥਿੰਕ ਕਬੱਡੀ ਜਿਹੜੇ ਖੇਡਣ ਵਾਲੇ ਆ ਆਈ ਥਿੰਕ ਦੇ ਵੁੱਡ ਹੈਵ ਬੀਨ ਐਵਰੀਬਾਡੀ ਸੇਇੰਗ ਕਿ ਤੁਹਾਡੇ ਫੇਫੜੇ ਜਿਹੜੇ ਉਹ ਮਜ਼ਬੂਤ ਹੋਣੇ ਚਾਹੀਦੇ, ਸਟਰੋਂਗ ਹੋਣੇ ਚਾਹੀਦੇ ਆ, ਤੁਹਾਨੂੰ ਸਾਹ ਦੀ ਪ੍ਰੋਬਲਮ ਨਾ ਹੋਵੇ। ਜਾਂ ਕਬੱਡੀ ਇਜ਼ ਵੈਰੀ ਹੈਲਪਫੁਲ। ਤੇ ਹੋਰ ਤੁਸੀਂ ਕੀ ਦੱਸੋਗੇ ਫਿਜ਼ੀਕਲੀ ਕੀ ਹੋਰ ਬੈਨੀਫਿਟ ਹੁੰਦੇ ਆ ਕਿਸ ਤਰੀਕੇ ਦੇ ਨਾਲ? ਬਿਕੋਜ਼ ਆਈ ਕੰਟਰੋਲ ਉਹਦੇ ਵਿੱਚ ਬਹੁਤ ਚਾਹੀਦਾ ਹੁੰਦਾ ਵੈਨ ਯੂ ਪਲੇਇੰਗ ਕਬੱਡੀ, ਤੁਹਾਡੀ ਬਾਡੀ ਜਿਹੜੀ ਹੈਗੀ ਆ ਉਹਦੀ ਫੁਰਤੀ ਬਹੁਤ ਹੋਣੀ ਚਾਹੀਦੀ ਹੈ ਵੈਨ ਯੂ ਪਲੇਇੰਗ। ਕੁਝ ਇਹੋ ਜਿਹੀ ਚੀਜ਼ਾਂ ਜਿਹੜੀਆਂ ਕਿ ਕਬੱਡੀ ਖੇਡਣ ਦੇ ਨਾਲ ਆਉਂਦੀਆਂ ਤੁਸੀਂ ਇਹ? ਮੈਂ ਹਮੇਸ਼ਾ ਜਦੋਂ ਟੀਚ ਕਰਦਾ ਨਵਿਆਂ ਨੂੰ ਤੇ ਮੇਰਾ ਪਹਿਲਾ ਇਹ ਹੁੰਦਾ ਕਿ ਜਦੋਂ ਅਸੀਂ ਗੱਡੀ ਚਲਾਉਂਦੇ ਹਾਂ, ਕਾਰ ਚਲਾਉਂਦੇ ਹਾਂ, ਹਾਂਜੀ, ਤੇ ਸਾਡੇ ਨਾਲ ਪੈਸੇਂਜਰ ਵੀ ਬੈਠਾ ਹੁੰਦਾ ਜੀ, ਅਸੀਂ ਉਹਦੇ ਨਾਲ ਗੱਲਾਂ ਵੀ ਕਰਦੇ ਹਾਂ ਜਾਂ ਮਿਊਜ਼ਿਕ ਲਾਇਆ ਹੁੰਦਾ ਮਿਊਜ਼ਿਕ ਸੁਣਦੇ ਵੀ ਹਾਂ, ਪਰ ਅਸੀਂ ਕਾਰ ਚਲਾ ਵੀ ਰਹੇ, ਸਾਡਾ ਧਿਆਨ ਗੱਲਾਂ 'ਚ ਵੀ ਹੈ, ਸਾਡੇ ਹੱਥ ਸਟੀਅਰਿੰਗ 'ਤੇ ਹੈ,
ਤੇ ਜਿਹੜੀ ਸਾਡੀ ਅੱਖ ਹੈਗੀ ਹੈ ਸੈਂਟਰ ਵਾਲੇ ਸ਼ੀਸ਼ੇ ਤੇ ਵੀ ਹੈ, ਲੈਫਟ ਰਾਈਟ ਵੀ ਹੈ, ਕੋਈ ਇਧਰੋਂ ਪਾਸ ਨਹੀਂ ਕਰ ਰਿਹਾ, ਕੋਈ ਇਧਰੋਂ ਪਾਸ ਨਹੀਂ ਕਰ ਰਿਹਾ। ਸੋ ਇੱਕ ਬ੍ਰੇਨ ਇੱਕ ਟਾਈਮ ਤੇ ਕਿੰਨੀਆਂ ਕਿਰਿਆ ਕਰ ਰਿਹਾ। ਹਾਂਜੀ। ਸੇਮ ਜਦੋਂ ਕਬੱਡੀ ਇਹ ਖੇਡਦੇ ਆ, ਜਦੋਂ ਰੇਡਰ ਜਾਂਦਾ ਤੇ 7 ਜਣੇ ਸਾਹਮਣੇ ਖੜੇ ਹੁੰਦੇ ਆ ਆਪੋਜੀਸ਼ਨ। ਉਹ 7 ਦਾ ਇਹ ਹੁੰਦਾ ਕਿ ਇੱਕ ਇਕੱਲੇ ਨੂੰ ਅਸੀਂ ਆਪਣੇ ਵਿੱਚ ਲੈਣਾ, ਵਿੱਚ ਲੈ ਕੇ ਇਹਨੂੰ ਇੱਥੇ ਸਟਾਪ ਕਰਨਾ, ਇਹਨੂੰ ਰੋਕਣਾ, ਇਹਨੂੰ ਫੜਨਾ। ਹਾਂਜੀ। ਇਹ ਇਕੱਲਾ ਰੇਡਰ ਜਿਹੜਾ ਹੈਗਾ ਇਕੱਲਾ 7 ਨੂੰ ਵਾਚ ਕਰਦਾ, 7 ਨੂੰ ਵਾਚ ਕਰਦਾ। ਜਿਹਦਾ ਮੈਂ ਕਿ ਗੱਡੀ ਚਲਾਣੀ, ਆਪਣੇ ਆਪ ਨੂੰ ਲੈਫਟ ਰਾਈਟ ਵੀ ਕਰਦਾ ਆਪਣੀ ਐਬਿਲਿਟੀ ਦੇ ਨਾਲ, ਸਾਹ ਵੀ ਰੋਕਿਆ ਹੁੰਦਾ, ਕਬੱਡੀ ਵੀ ਕਰਦਾ। 7 ਨੂੰ ਦੇਖਦਾ ਕਿ ਕਿਹੜਾ ਇਸ ਵੇਲੇ ਆਊਟ ਆਫ ਪਿੱਚ ਹੈਗਾ, ਕਿਉਂਕਿ ਸਾਰੇ ਹਾਜ਼ਰ ਨਹੀਂ ਹੁੰਦੇ। ਹਾਂਜੀ। ਹੋ ਸਕਦਾ ਤੁਸੀਂ ਗਰਾਊਂਡ 'ਚ ਆਪਾਂ ਤੁਹਾਨੂੰ ਕੋਈ ਸੋਚ ਆ ਗਈ, ਜਾਂ ਤੁਸੀਂ ਬਾਹਰ ਕਿਸੇ ਨੂੰ ਦੇਖਿਆ ਤੇ ਉਹਦੇ ਬਾਰੇ ਸੋਚਣ ਲੱਗ ਪਏ। ਤੁਸੀਂ ਗਰਾਊਂਡ 'ਚ ਹੋ ਪਰ ਗਰਾਊਂਡ 'ਚ ਨਹੀਂ। ਉਹ ਵਾਚ ਕਰਦਾ ਸਾਰਿਆਂ ਨੂੰ। ਜਦੋਂ ਵਾਚ ਕਰਦਾ ਫਿਰ ਉਹਨੂੰ ਡਿਸੀਜ਼ਨ ਬਣਾਉਣਾ ਹੁੰਦਾ। ਕੁਇਕ ਡਿਸੀਜ਼ਨ ਮੇਕਰ ਇਹ ਕਬੱਡੀ ਤੁਹਾਨੂੰ ਬਣਾਉਂਦੀ ਹੈ। ਕੁਇਕ ਡਿਸੀਜ਼ਨ ਮੇਕਰ ਕੀ, ਯੂ ਗੋ 30 ਸੈਕਿੰਡ, 5 ਸੈਕਿੰਡ ਤਾਂ ਵੇਸਟ ਹੋ ਗਏ ਜਦੋਂ ਤੁਸੀਂ ਸੈਂਟਰ ਲਾਈਨ ਤੋਂ ਉਹਨਾਂ ਕੋਲ ਗਏ। ਉਸ ਤੋਂ ਬਾਅਦ ਤੁਸੀਂ ਇਹ ਸੋਚ ਰਹੇ ਹੋ ਕਿ ਹਾਂ ਮੈਨੂੰ ਰਿਸਕ ਲੈਣਾ ਜ਼ਰੂਰੀ ਹੈ, ਕਿ ਮੈਂ ਰਿਸਕ ਲਾਂਗਾ ਤੇ ਮਾਰ ਵੀ ਸਕਦਾ 1-2, ਜਾਂ ਮੈਂ ਆਪ ਮਰ ਜਾਵਾਂਗਾ। ਜੇ ਮੈਂ ਮਰ ਗਿਆ ਤੇ ਮੈਂ ਪੁਆਇੰਟ ਵੀ ਲੂਜ਼ ਹੋਏਗਾ ਤੇ ਮੈਨੂੰ ਬਾਹਰ ਬੈਠਣਾ ਪਏਗਾ। ਹਾਂਜੀ। ਠੀਕ ਹੈ। ਅੱਛਾ, ਜੇ ਤੇ ਹੁਣ ਪਿੱਛੇ ਪੁਆਇੰਟ ਚਾਹੀਦਾ ਤਾਂ ਆਈ ਵਿਲ ਟੇਕ ਰਿਸਕ, ਅਗਰ ਨਹੀਂ ਚਾਹੀਦਾ ਤਾਂ ਮੈਂ ਥੋੜ੍ਹਾ ਜਿਹਾ ਕਰਕੇ ਵਾਪਸ ਜਾ ਸਕਦਾ। ਸੋ ਕੁਇਕ ਡਿਸੀਜ਼ਨ ਮੇਕਰ, ਇਹ ਨਹੀਂ ਕਿ ਤੁਹਾਨੂੰ ਘੰਟਾ ਸੋਚਣ ਵਾਸਤੇ ਚਾਹੀਦਾ। ਵਿਦਿਨ 20 ਸੈਕਿੰਡਸ you have to read, you have to watch 7 brain, 14 eyes, ਉਹਨਾਂ ਦੀ ਮੂਵਮੈਂਟ। ਫਿਰ ਆਪਣੇ ਆਪ ਨੂੰ ਤੁਸੀਂ ਉਹਨਾਂ ਦੇ ਵਿੱਚ ਅੰਦਰ ਬਾਹਰ ਕਰਨਾ ਕਿ ਮੈਂ ਫੜਿਆ ਵੀ ਨਾ ਜਾਵਾਂ, ਮੈਂ ਇਹਨਾਂ ਨੂੰ ਹੱਥ ਵੀ ਲਾਵਾਂ। you have to make, so this game is a very intelligent game. I can see how you say, but ਜਿਹੜੇ I mean ਕਬੱਡੀ ਦੇ ਵਿੱਚ ਅਸ਼ੋਕ ਜੀ ਜਾਣਾ ਚਾਹੁੰਦੇ ਨੇ ਐਂਡ ਉਹਨਾਂ ਦਾ ਹਜੇ ਬ੍ਰੇਨ ਇੰਨਾ ਨਹੀਂ ਹੈਗਾ ਵੀ ਅਬਜ਼ਰਵੇਸ਼ਨ ਦੇ ਵਿੱਚ ਜਾਂ ਆਈ ਕੋਆਰਡੀਨੇਸ਼ਨ ਜਿਹਨੂੰ ਅਸੀਂ ਕਹਿੰਦੇ ਆ, ਉਹ ਆਪਣੇ ਆਪ ਨੂੰ ਕਿੱਦਾਂ ਪ੍ਰਿਪੇਅਰ ਕਰਨ ਵੀ ਹਾਂ ਮੈਂ ਕਬੱਡੀ ਪਸੰਦ ਕਰਦਾ ਪਰ ਮੇਰੇ 'ਚ ਉਹ ਅਬਿਲਿਟੀ ਹੋਣੀ ਚਾਹੀਦੀ ਹੈ, ਬਿਕੋਜ਼ ਸਰਟਨ ਅਬਿਲਿਟੀਜ਼ ਜਿੱਦਾਂ ਤੁਸੀਂ ਦੱਸੀਆਂ ਵੀ ਉਹ ਬਣਾਈਆਂ ਜਾ ਸਕਦੀਆਂ ਕਿ ਇਟਸ ਯੂ ਆਰ ਬੋਰਨ ਵਿਦ ਇਟ। ਨਹੀਂ, ਮੇਰਾ ਨਹੀਂ ਖਿਆਲ। ਯੈਸ, ਯੂ ਬੋਰਨ ਜਿਹੜੇ ਕਿ ਵਨ ਆਫ ਦੀ ਬੈਸਟ ਇਨ ਦੀ ਵਰਲਡ ਹੈ, ਹੋ ਸਕਦਾ ਕਿ ਦੇ ਬੀਨ ਬੋਰਨ ਲਾਈਕ ਦੈਟ, ਕਿਉਂਕਿ ਸਾਰੇ ਮਿਹਨਤ ਕਰਦੇ ਆ। ਸਪੋਜ਼ 12 ਖਿਡਾਰੀ ਨੇ ਤੇ ਉਹ ਮਿਹਨਤ ਕਰਦੇ ਆ, ਪਰ ਉਹਨਾਂ 'ਚ ਹੀਰੋ 1-2 ਬਣਦੇ ਆ। ਸੋ ਆਈ ਕੈਨ ਸੇ ਯੈਸ ਦੇ ਬੀਨ ਬੋਰਨ, ਕਿਉਂਕਿ ਇਕੱਠੇ ਮਿਹਨਤ ਕਰਦੇ ਆ ਪਰ 1-2 ਸ਼ਾਈਨ ਹੁੰਦੇ ਆ। ਕਬੱਡੀ ਖੇਡਣ ਵਾਸਤੇ ਜਾਂ ਕੋਈ ਵੀ ਸਪੋਰਟਸ ਖੇਡਣ ਵਾਸਤੇ ਪਹਿਲਾਂ ਤਾਂ ਤੁਹਾਡਾ ਮਾਈਂਡ ਸੈੱਟ ਹੋਣਾ ਜ਼ਰੂਰੀ ਹੈ। ਯੈਸ ਆਈ ਵਾਂਟ ਟੂ ਡੂ ਇਟ, not yes I want to do it, okay। ਫਿਰ ਉਸ ਤੋਂ ਬਾਅਦ ਤੁਹਾਡਾ ਪੈਸ਼ਨ ਜਾਗਣਾ ਚਾਹੀਦਾ ਕਿ ਤਾਂ ਹੀ ਤੁਸੀਂ ਉਹਦੇ ਵਾਸਤੇ ਹਰ ਚੀਜ਼ ਕਰਨ ਨੂੰ ਤਿਆਰ ਹੋਵੋਗੇ। ਜੇ ਪੈਸ਼ਨ ਹੋਏਗਾ ਤੇ ਪੈਸ਼ਨ ਤੋਂ ਬਾਅਦ ਇਹ ਹੈਗਾ ਕਿ ਫਿਰ ਤੁਹਾਨੂੰ ਉਹਦੇ ਵਾਸਤੇ ਡਰਿਲ ਕਰਨੀਆਂ ਪੈਣਗੀਆਂ, ਸਟੈਮਿਨਾ, ਸਟਰੈਂਥ, ਤੁਹਾਨੂੰ ਸਪੀਡ ਲੈਣੀ ਪਏਗੀ। ਇਹਦੇ ਵਾਸਤੇ ਤੁਹਾਨੂੰ ਵਰਕਆਊਟ ਕਰਨਾ ਪਏਗਾ। ਫਿਰ ਅਸੀਂ ਆ ਗਏ ਐਕਸਰਸਾਈਜ਼ ਕਰਨੀ ਪਏਗੀ ਆਪਣੇ ਮਸਲ ਨੂੰ ਸਟਰੋਂਗ ਬਣਨ ਵਾਸਤੇ। ਜਿਹੜੀ ਸਾਡੀ ਬਾਡੀ ਹੈਗੀ ਹੈ ਨਾ, ਬਾਡੀ ਨੂੰ ਅਸੀਂ ਇਹ ਸੋਚਦੇ ਹਾਂ ਕਿ ਰੱਬ ਨੇ ਇੱਕ ਮਾਸ ਦਾ ਪੁਤਲਾ ਬਣਾਤਾ। ਹਾਂਜੀ, ਮਾਸ ਦਾ ਪੁਤਲਾ ਬਣਾਤਾ, ਪਰ ਇਹਨੂੰ ਹੋਲਡ ਕਰਨ ਵਾਸਤੇ ਜਿਸ ਤਰ੍ਹਾਂ ਟੈਂਟ ਖੜੇ ਕਰਨ ਵਾਸਤੇ ਰੱਸੀਆਂ ਪਾਈਆਂ ਹੁੰਦੀਆਂ, ਕੱਸਿਆ ਹੁੰਦਾ ਇੱਧਰੋਂ ਇੱਧਰੋਂ ਕਿਤੇ ਹਵਾ ਨਾ ਡਿੱਗ ਨਾ ਜਾਏ, ਇਸ ਤਰ੍ਹਾਂ ਹੀ ਰੱਬ ਨੇ ਇਹਦੇ 'ਚ ਮਸਲ ਲਾਏ। ਹਰ ਮਸਲ ਨੇ ਇੱਕ ਬਾਡੀ ਦੇ ਹਰ ਪਾਰਟ ਨੂੰ ਫੜ ਕੇ ਰੱਖਿਆ ਹੈ। ਹੁਣ ਉਹ ਮਸਲ ਨੂੰ ਸਟਰੈਂਥ ਵੀ ਚਾਹੀਦੀ ਹੈ ਤਾਂ ਕਿ ਉਹ ਚੰਗੀ ਤਰ੍ਹਾਂ ਰੱਖੇ, ਟਾਈਟ ਮਤਲਬ ਕਿ ਕੀ ਕਹਿੰਦੇ ਓਲਡ ਨਾ ਹੋਵੇ। ਹਾਂਜੀ। ਹੁਣ ਸਭ ਤੋਂ ਭਾਰਾ ਪਾਰਟ ਸਾਡੀ ਬਾਡੀ ਦੇ ਵਿੱਚ ਸਾਡੀ ਧੌਣ ਹੈ, ਸਭ ਤੋਂ ਹੈਵੀਐਸਟ ਪਾਰਟ ਧੌਣ ਹੈ। ਹੁਣ ਅਸੀਂ ਇੱਦਾਂ ਬੈਠੇ ਹਾਂ ਤੇ ਕਿਸ ਆਹ ਮਸਲ ਇਹਨੂੰ ਹੋਲਡ ਕੀਤਾ ਹੋਇਆ, ਠੀਕ ਹੈ। ਅਸੀਂ ਕੋਈ ਸੋਚਿਆ ਹੀ ਨਹੀਂ। ਕਹਿੰਦੇ ਮੇਰੀ ਬੈਕ ਦੁਖਦੀ ਹੈ ਜਦੋਂ ਆਪਾਂ ਜ਼ਿਆਦਾ ਦੇਰ ਬੈਠ ਜਾਂਦੇ ਹਾਂ। ਜਦੋਂ ਅਸੀਂ ਕਿਤੇ ਡੀਪ ਸਲੀਪ 'ਚ ਚਲ ਜਾਂਦੇ ਇੱਦਾਂ ਬੈਠੇ ਬੈਠੇ ਇੱਕਦਮ ਧੌਣ ਡਿੱਗ ਜਾਂਦੀ ਹੈ। ਕਿਉਂ? ਕਿ ਮਸਲ ਸੌ ਜਾਂਦਾ ਅਤੇ ਤੁਹਾਡੀ ਧੌਣ ਦਾ ਭਾਰ ਇੱਕਦਮ ਡਿੱਗ ਜਾਂਦਾ। ਜਦੋਂ ਨਹੀਂ ਹੈ ਉਹਨੇ ਉਹਨੂੰ ਫੜ ਕੇ ਰੱਖਿਆ ਹੈ। ਸੋ ਇਹ ਮਸਲ ਸਾਰਿਆਂ ਨੂੰ ਰਾਜੀ ਖੁਸ਼ੀ ਪੁਸ਼ਟ ਰੱਖਣ ਵਾਸਤੇ ਤੁਹਾਨੂੰ ਇਹਨਾਂ ਦੀ ਐਕਸਰਸਾਈਜ਼ ਜ਼ਰੂਰੀ ਹੈ। ਸੋ ਕਿਸ ਤਰੀਕੇ ਦੀ ਐਕਸਰਸਾਈਜ਼ ਜਿਹੜੀ ਹੈਗੀ ਹੈ ਤੁਸੀਂ ਕਰਾਉਂਦੇ ਹੋ? ਆਈ ਮੀਨ ਯੂ ਆਰ ਐਕਸਪਰਟ ਇਨ ਦੈਟ।
ਇਹ ਜਿਹੜੀ ਸਪੋਰਟਸ ਖੇਡਣ ਵਾਸਤੇ ਐਕਸਰਸਾਈਜ਼ ਡਿਫਰੈਂਟ ਹੈਗੀ ਹੈ, ਪਰ ਜਿਹੜੇ ਘਰਾਂ 'ਚ ਬੈਠੇ ਆ ਮੈਂ ਉਹਨਾਂ ਦੇ ਲਈ ਬੈਟਰ ਰਹੇਗਾ। ਉਹਨਾਂ ਵਾਸਤੇ ਮੈਂ ਜ਼ਰੂਰ ਦੱਸਣਾ ਚਾਹੁੰਦਾ ਕਿ ਜ਼ਰੂਰੀ ਨਹੀਂ ਤੁਹਾਨੂੰ ਜਿਮ 'ਚ ਜਾਣਾ ਪੈਣਾ। ਹਾਂਜੀ ਠੀਕ ਹੈ, ਸਾਰੇ ਸੋਚਦੇ ਮੈਂ ਜਿਮ 'ਚ ਨਹੀਂ ਜਾਣਾ, ਖਾਸ ਕਰਕੇ ਲੇਡੀਜ਼। ਓਕੇ, ਕੌਣ ਟਾਈਮ ਕੱਢੇਗਾ? ਤੁਹਾਡੇ ਕੋਲ ਟਾਈਮ ਹੈਗਾ ਸੀਰੀਅਲ ਦੇਖਣ ਵਾਸਤੇ, ਤੁਹਾਡੇ ਕੋਲ ਟਾਈਮ ਹੈਗਾ ਫਿਲਮ ਦੇਖਣ ਵਾਸਤੇ, ਤੇ ਕੀ ਕਰੋ ਜਦੋਂ ਤੁਸੀਂ ਸੀਰੀਅਲ ਦੇਖਣੀ ਅੱਧੇ ਘੰਟੇ ਦੀ, ਆਪਣਾ ਦੁੱਧ ਦੀ ਕੈਨੀ ਸਾਰਿਆਂ ਦੇ ਘਰ ਪਈ ਹੁੰਦੀ। ਹਾਂਜੀ, ਦੁੱਧ ਦੀ ਕੈਨੀ ਚੁੱਕ ਲਓ, ਆਰਾਮ ਨਾਲ ਸੀਰੀਅਲ ਦੇਖੋ, ਉਹਨੂੰ ਫੜ ਕੇ ਆਪਣਾ ਉੱਪਰ ਥੱਲੇ ਕਰਦੇ ਰਹੋ, ਪਹਿਲਾਂ ਇਸ ਹੱਥ ਨਾਲ ਫਿਰ ਦੂਸਰੇ ਹੱਥ ਨਾਲ। ਜਿੰਨੀ ਦੇਰ ਤੁਸੀਂ ਸੀਰੀਅਲ ਦੇਖਦੇ ਹੋ ਉਨੀ ਦੇਰ ਇਹ ਦੋਨਾਂ ਨੂੰ ਕਿਰਿਆ ਕਰੋ। ਸੋ ਤੁਹਾਡੇ ਸ਼ੋਲਡਰ, ਤੁਹਾਡੇ ਆਰਮਸ, ਇਹ ਮਸਲਸ ਸਟਰੈਂਥ ਆਏਗੀ, ਜਾਗ੍ਰਿਤੀ ਆਏਗੀ ਜੀ। ਠੀਕ ਹੈ, ਫਿਰ ਉਸ ਤੋਂ ਬਾਅਦ ਜੇ ਤੁਸੀਂ ਇੱਕ ਕੈਨੀ ਚੁੱਕੀ ਹੈ ਨਾ ਤਾਂ ਆਫਟਰ 2 ਵੀਕ ਤੁਸੀਂ ਇੱਕ ਹੱਥ ਨਾਲ 2 ਕੈਨੀ ਚੁੱਕ ਸਕਦੇ ਹੋ। ਸੋ ਹੌਲੀ ਸਟੈਪ ਬਾਈ ਸਟੈਪ ਆਪਣੀ ਸਟੈਮਿਨਾ ਬਿਲਡ ਕਰ ਸਕਦੇ ਹੋ। ਬਿਲਕੁਲ। ਫਿਰ ਤੁਹਾਡੇ ਜਿਹੜੇ ਮੋਢੇ ਪੀੜ ਹੋਣੇ, ਤੁਹਾਡੀ ਬੈਕ ਪੀੜ ਹੋਣੀ ਘਟ ਜਾਏਗੀ। ਉਸ ਤੋਂ ਬਾਅਦ ਸਾਰੇ ਕਹਿੰਦੇ ਕਿ ਗੋਡਿਆਂ 'ਚ ਪ੍ਰੋਬਲਮ ਆ ਗਈ। ਗੋਡਿਆਂ 'ਚ ਪ੍ਰੋਬਲਮ ਕਿੱਦਾਂ ਆ ਗਈ ਕਿ ਇੱਥੇ ਸਾਡੇ ਅਸੀਂ ਸਾਰੇ ਇੰਨਾ ਜਿੱਦਾਂ ਆਪਾਂ ਬੈਠੇ ਹਾਂ ਇੰਨਾ ਕੀ ਚੁੱਕਦੇ ਹਾਂ। ਠੀਕ ਹੈ, ਚੌਂਕੜੀ ਮਾਰ ਕੇ ਕੋਈ ਜ਼ਮੀਨ 'ਤੇ ਨਹੀਂ ਬਹਿੰਦਾ। ਠੀਕ ਹੈ, ਟੋਇਲਟ 'ਤੇ ਵੀ ਜਾਣੇ ਤਾਂ ਟੋਇਲਟ ਸੀਟ ਵੀ ਇੰਨੀ ਕਿ ਸਾਨੂੰ ਆਗਿਆ ਦਿੰਦੀ ਹੈ। ਹਾਂਜੀ। ਸੋ ਜਿਹੜੀ ਗੋਡੇ ਹੈ ਉਹ ਇੱਥੋਂ ਤੱਕ ਰਹਿ ਜਾਂਦੇ ਆ, ਉਹ ਜ਼ਿਆਦਾ ਮੁੜਦੇ ਨਹੀਂ। ਇਹ ਮਸਲ ਇੱਥੋਂ ਤੱਕ ਤੁਹਾਡੇ ਸੀਮਤ ਰਹਿ ਗਏ। ਹਾਂਜੀ। ਹੁਣ ਜਦੋਂ ਤੁਸੀਂ ਕਿਤੇ ਜਾ ਕੇ ਗੁਰਦੁਆਰਾ ਸਾਹਿਬ 'ਚ ਚੌਂਕੜੀ ਮਾਰਨੀ ਹੈ ਤੇ ਇਹਨਾਂ ਨੂੰ ਹੁਣ ਖਿੱਚ ਪੈਣੀ ਹੈ, ਫਿਰ ਤੁਸੀਂ ਕਹਿਣਾ ਉਹ ਮੈਂ ਜ਼ਿਆਦਾ ਦੇਰ ਬੈਠ ਨਹੀਂ ਸਕਦੀ, ਮੈਂ ਜ਼ਿਆਦਾ ਦੇਰ ਬੈਠ ਨਹੀਂ ਸਕਦਾ, ਪੀੜ ਹੋਣ ਲੱਗ ਪਏ ਗੋਡੇ। ਹਾਂਜੀ। ਕਿਉਂਕਿ ਤੁਸੀਂ ਇਹਨਾਂ ਨੂੰ ਇੱਦਾਂ ਤੇ ਹਿਲਾਇਆ ਹੀ ਨਹੀਂ, ਤੁਸੀਂ ਇਹ ਇੰਨਾ ਹੀ ਕਿਰਿਆ ਰੱਖੀ ਰੋਜ਼ ਨਾ। ਹਾਂਜੀ, ਮੋਸਟ ਆਫ ਦ ਟਾਈਮ। ਹਾਂਜੀ। ਸੋ ਕੀ ਹੈ, ਜਦੋਂ ਤੁਸੀਂ ਘਰ ਬੈਠੇ ਹੋ ਸੈਟੀ ਤੇ ਜਾਂ ਚੇਅਰ ਤੇ ਫਿਲਮ ਦੇਖ ਰਹੇ ਹੋ ਅਗੇਨ, ਹਾਂਜੀ, ਉਹ ਆਪਾਂ ਕੋਲ ਬਹੁਤ ਟਾਈਮ ਹੁੰਦਾ ਉਦੋਂ ਹਰ ਘਰ 'ਚ ਦਾਲਾਂ ਦੇ ਪੈਕਟ ਪਏ ਹੁੰਦੇ ਆ, 2 ਕਿਲੋ ਦਾ ਪੈਕਟ, 1 ਕਿਲੋ ਦਾ ਪੈਕਟ। ਛੋਟੇ ਤੋਂ ਸ਼ੁਰੂ ਕਰ ਲਓ, ਆਪਣੇ ਪੈਰ ਦੇ ਉੱਪਰ ਟਿਕਾ ਕੇ ਉਹਨੂੰ ਹੌਲੀ ਹੌਲੀ ਬੈਠੇ ਬੈਠੇ ਟਾਂ ਕਰੀ ਜਾ। ਉਹਦੇ ਨਾਲ ਤੁਹਾਡੇ ਜਿਹੜਾ ਪੈਰ ਹੈ ਉਹ 'ਚ ਸਟਰੈਂਥ ਆਏਗੀ, ਫਿਰ ਤੁਹਾਡਾ ਜੁਆਇੰਟ ਜਿਹੜਾ ਹੈ ਉਹ 'ਚ ਸਟਰੈਂਥ ਆਏਗੀ, ਤੁਹਾਡੇ ਥਾਈ 'ਚ ਸਟਰੈਂਥ ਆਏਗੀ। ਫਿਰ ਦੂਸਰੇ 'ਤੇ ਰੱਖ ਲਓ। ਹਾਂਜੀ। ਅੱਗੇ ਤੁਸੀਂ ਇਹੋ ਹੀ 15-20 ਮਿੰਟ ਰੋਜ਼ ਕਰਨਾ ਘਰ ਸ਼ੁਰੂ ਕਰ ਦਿਓ, ਤੈਨੂੰ ਜਿਮ ਜਾਣ ਦੀ ਲੋੜ ਨਹੀਂ। ਇੱਕਦਮ ਸਹੀ, ਨਾਲੇ ਵੈਰੀ ਈਜ਼ੀ ਐਂਡ ਚੀਪ ਤਰੀਕਾ। ਘਰ ਦੇ ਵਿੱਚ ਹਰੇਕ ਚੀਜ਼ ਹੁੰਦੀ ਹੈ ਮੇਨਲੀ, ਐਂਡ ਬਿਲਕੁਲ ਬਿਕੋਜ਼ ਯੂ ਕੈਨ ਸਟਾਰਟਿੰਗ ਜਿੱਦਾਂ ਹੱਥ ਤੋਂ ਤੁਸੀਂ ਕਿਹਾ ਟਮਾਟੋ ਟੀਨਸ ਆਪਣੇ ਕੋਲ ਹੁੰਦੇ, ਅਗਰ ਤੁਸੀਂ ਉਹਨਾਂ ਤੋਂ ਸਟਾਰਟ ਕਰ ਲਓ, ਬੇਸਿਕ ਛੋਟੇ ਤੋਂ ਸਟਾਰਟ ਕਰਕੇ ਦੈਨ ਪ੍ਰੋਗਰੈਸ ਇਨਟੂ ਆਪਣੇ ਵੱਡੀ ਦਾਲਾਂ, ਮੁੜ ਕੇ ਆਟੇ ਦੇ ਡਰਮ 'ਚ ਆਟਾ ਵੀ ਪਾ ਸਕਦੇ ਹੋ ਵੀ ਜਾਂ ਬਿਲਕੁਲ। ਫਿਰ ਤੁਹਾਨੂੰ ਕਿਸੇ ਨੂੰ ਪੁੱਛਣਾ ਨਹੀਂ ਪੈਣਾ। ਹਾਂਜੀ। ਫਿਰ ਉਸ ਤੋਂ ਬਾਅਦ ਹਰ ਘਰ 'ਚ ਪੌੜੀਆਂ। ਹਾਂਜੀ। ਠੀਕ ਹੈ, ਤੁਸੀਂ ਨੇਮ ਬਣਾ ਲਓ ਅਕੋਰਡਿੰਗ ਟੂ ਤੁਹਾਡੀ ਹੈਲਥ ਤੇ ਏਜ, ਰਾਈਟ? ਓਕੇ, ਇਹ ਨਹੀਂ ਕਿ ਜਦੋਂ ਤੁਸੀਂ ਉੱਪਰ ਬੈਡਰੂਮ 'ਚ ਜਾਣਾ ਸੌਣ ਵਾਸਤੇ ਉਦੋਂ ਹੀ ਜਾਣਾ, ਜਾਂ ਜਦੋਂ ਕੋਈ ਚੀਜ਼ ਲੈਣ ਜਾਣਾ ਉਦੋਂ ਜਾਣਾ। ਤੁਸੀਂ ਏਮ ਬਣਾ ਲਓ ਮੈਂ 50 ਸੀੜੀਆਂ ਕਰਨੀਆਂ। ਆਹਿਸਤੇ ਆਹਿਸਤੇ ਉੱਪਰ ਜਾਓ, ਹਾਂਜੀ, ਘੁੰਮ ਕੇ ਫਿਰ ਥੱਲੇ ਆਓ, ਫਿਰ ਉੱਪਰ ਜਾਓ, ਫਿਰ ਥੱਲੇ ਆਓ। ਸਭ ਤੋਂ ਬੈਸਟ ਐਕਸਰਸਾਈਜ਼ ਹੈ। ਤੁਹਾਡਾ ਕੁਛ ਵੀ ਨਹੀਂ ਲੱਗਿਆ। ਸਬਜ਼ੀ ਕੁੱਕਰ 'ਤੇ ਆਪਣਾ ਸਟੋਵ 'ਤੇ ਪਾ ਕੇ ਜਾਂ ਜਿੱਥੇ ਤੁਸੀਂ ਕੁੱਕਰ ਨਹੀਂ ਰੱਖ ਕੇ ਤੁਸੀਂ ਇਹ ਕਿਰਿਆ ਕਰੋ, ਤੈਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ। ਸਿਰਫ ਤੁਹਾਨੂੰ ਕੀ ਚਾਹੀਦਾ? ਤੁਹਾਡਾ ਹੌਂਸਲਾ ਤੇ ਡਿਟਰਮੀਨੇਸ਼ਨ ਚਾਹੀਦੀ ਹੈ। ਹਾਂ ਮੈਂ ਇਹ ਕਰਨਾ। ਤੁਹਾਨੂੰ ਜਿਮ ਜਾਣ ਦੀ ਲੋੜ ਨਹੀਂ। ਮੈਂ ਜਿਮ ਨਹੀਂ ਜਾਂਦਾ ਸੱਚ। ਮੈਂ ਸਵੇਰੇ ਉੱਠ ਕੇ, ਹਾਂਜੀ, ਜਿਸ ਤਰ੍ਹਾਂ ਇੰਡੀਆ ਦੇ ਵਿੱਚ ਪੰਜਾਬ 'ਚ ਮਾਈਆਂ ਲੱਸੀ ਨਹੀਂ ਰਿੜਕਦੀਆਂ ਸੀ, ਹਾਂਜੀ, ਠੀਕ ਹੈ, ਉਹਨਾਂ ਦਾ ਢਿੱਡ ਇੰਨਾ ਨਿਕਲਦਾ ਨਹੀਂ ਦੇਖਿਆ ਹੋਣਾ ਤੁਸੀਂ, ਕਿਉਂਕਿ ਰੋਜ਼ ਲੱਸੀ ਰਿੜਕਦੇ ਸੀ। ਮੈਂ ਸਵੇਰੇ ਉੱਠ ਕੇ ਲੱਤਾਂ ਵਿਛਾ ਕੇ ਪਹਿਲਾਂ ਤਾਂ ਇਹ ਕਰਦਾ ਆਪਣੇ ਪੈਰਾਂ ਨੂੰ, ਹਾਂਜੀ, 10 ਕੁ ਮਿੰਟ। ਠੀਕ ਹੈ, ਉਹਦੇ ਨਾਲ ਤੁਹਾਡਾ ਜਿਹੜੀ ਸਾਈਡਾਂ ਇਹ ਸਾਰਾ ਰੋਜ਼ ਕਰਨਾ ਤਾਂ ਮਸਲ ਵੱਧ ਜਾਂਦੇ ਉੱਥੇ। ਸੋ ਤੁਹਾਡੀ ਜਿਹੜੀ ਪੇਟ ਬਾਹਰ ਨਿਕਲਣ ਦੀ ਜਿਹੜੀ ਹੈ ਉਹ ਘਟ ਜਾਂਦੀ ਹੈ, ਕਿਉਂਕਿ ਤੁਹਾਡੇ ਮਸਲ ਜਿਹੜੇ ਸਟਰੋਂਗ ਹੁੰਦੇ ਜਾਂਦੇ ਆ। ਤੇ ਜੇ ਤੁਹਾਡੇ ਮਸਲ ਸਟਰੋਂਗ ਹੈ ਪੇਟ ਦੇ, ਤਾਂ ਤੁਹਾਡਾ ਪੇਟ ਜਲਦੀ ਬਾਹਰ ਨਹੀਂ ਜਾਏਗਾ, ਕਿਉਂ ਮਸਲਾਂ ਨੇ ਉਹਨੂੰ ਕੱਸ ਕੇ ਰੱਖਣਾ। ਜਿੱਦਾਂ ਕਿਸੇ ਦੇ 6 ਪੈਕ ਹੁੰਦੇ ਆ, ਉਹ ਜਿੰਨਾ ਮਰਜ਼ੀ ਖਾ ਲੇ ਉਹਦਾ ਢਿੱਡ ਬਾਹਰ ਨਹੀਂ ਨਿਕਲੇਗਾ। ਸੋ ਤੁਹਾਡੇ ਮਸਲ ਸਟਰੋਂਗ ਹੋਣਗੇ ਜਦੋਂ ਤੁਸੀਂ ਰੋਜ਼ ਲੱਤ ਵਿਛਾ ਕੇ ਲੱਤਾਂ ਨੂੰ ਤੁਸੀਂ ਨਾ ਆਪਣੇ ਨੂੰ ਨਾ ਇੱਦਾਂ ਕਰਨ, ਜਿਵੇਂ ਤੁਸੀਂ ਲੱਸੀ ਰਿੜਕਦੇ ਹੋ। ਬਿਕਾਜ਼ ਸਾਡੇ ਫਿਜ਼ੀਓਥੈਰੇਪੀ ਵਾਲੇ ਵੀ ਇਲਾਸਟਿਕ ਬੈਂਡ ਹੁੰਦਾ ਉਹ ਦਿੰਦੇ ਨੇ, ਵਿਚ ਇਜ਼ ਮੇਕ ਯੂ, ਤੁਸੀਂ ਇਲਾਸਟਿਕ ਬੈਂਡ ਦੇ ਨਾਲ ਆਪਣਾ ਹੱਥ ਇੱਧਰ ਕਰਨੇ, ਇੱਕਦਮ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਲੱਸੀ ਬਣਾਉਣ ਦਾ ਤਰੀਕਾ ਜਾਂ ਮੱਖਣ ਕੱਢਦੇ ਆ ਜਿਸ ਤਰੀਕੇ ਦੇ ਨਾਲ, ਸਾਰਿਆਂ ਨੂੰ ਪਤਾ ਹੈਗਾ ਕਿੱਦਾਂ ਕਰੀਦੀ ਹੈ। ਹਾਂਜੀ, ਤੁਸੀਂ ਉਹ ਕਰਨਾ 10-15 ਮਿੰਟ ਸਵੇਰੇ।
उस तो बाद अपना स्टैंड हो के जिन्ना तुसीं चुक सकते हो अपने किसी चीज़ नूं फड़ के उन्ना चुको, ठीक है। 10 ये कहोगे 10-12 बारी दीवार दे नाल हत्थ ला के थोड़ा जिहा बैंड होवो, फिर उपर थोड़ा जिहा बैंड होवो, फिर उपर। ਇਹਦੇ 'ਚ ਤੁਹਾਡੇ ਜਿਹੜੇ ਗੋਡੇ ਹੈ ਨਾ ਉਹਨਾਂ ਦੀ ਮੂਵਮੈਂਟ ਹੋਏਗੀ। ਸੋ ਗੋਡਿਆਂ ਦੀ ਜਿਹੜੀ ਪ੍ਰੋਬਲਮ ਤੁਹਾਨੂੰ ਇੰਨੀ ਜਲਦੀ ਨਹੀਂ ਹੋਏਗੀ ਕਿਉਂਕਿ ਤੁਹਾਡੇ ਮਸਲ ਯੂਜ਼ ਹੋ ਰਿਹਾ, ਸਟਰੋਂਗ ਬਣ ਰਿਹਾ। ਉਸ ਤੋਂ ਬਾਅਦ ਮੈਂ ਕੀ ਕਰਦਾ, ਮੈਂ ਫਿਰ ਉਸ ਤੋਂ ਬਾਅਦ ਪ੍ਰੈਸ ਅਪ ਕਰਦਾ, ਠੀਕ ਹੈ। ਆਪਣੀ ਐਬਿਲਿਟੀ ਦੇ ਨਾਲ ਕੋਈ ਕਰ ਸਕਦਾ 60-70 ਮੈਂ ਪ੍ਰੈਸ ਅਪ ਕਰਨੇ ਆ। ਸੋ ਦੈਨ ਆਈ ਗੋ ਟੂ ਬਾਥ, ਓਕੇ, then I go to shower. So as a normal person 60-70 ਤਾਂ ਨਹੀਂ ਸਾਡੇ viewers ਕਰ ਸਕਣਗੇ, so they can start with minimum ਕਿੰਨੇ ਕੁ ਤੁਹਾਨੂੰ ਲੱਗਦਾ ਵੀ ਸਟਾਰਟ ਕਰਨਾ ਚਾਹੀਦਾ? ਇਸ ਡਿਪੈਂਡ ਪਲੀਜ਼, ਇਹ ਜੋ ਆਪਾਂ ਕਹਿ ਰਹੇ ਜਾਂ ਮੈਂ ਕਹਿ ਰਿਹਾ, ਪਲੀਜ਼ ਜੇ ਕਿਸੇ ਨੂੰ ਹੈਲਥ ਦੀ ਪ੍ਰੋਬਲਮ ਹੈ ਉਹ ਪਹਿਲਾਂ ਹਾਂਜੀ ਆਲਵੇਜ਼ ਜ਼ਰੂਰ ਰਿਜ਼ਰਵ ਕਰੇ। ਔਰ ਤੁਹਾਡੀ ਏਜ, ਉਹ ਤੁਹਾਡੇ ਕੋਈ ਸੱਟ ਲੱਗੀ ਹੈ, ਸੋ ਪਲੀਜ਼ ਫਿਰ ਇਹਨਾਂ ਨੂੰ ਟਰਾਈ ਨਾ ਕਰਨਾ। ਸੋ ਪਹਿਲਾਂ ਤੁਸੀਂ ਆਪਣੇ ਡਾਕਟਰ ਕੋਲੋਂ ਸਲਾਹ ਲੈ ਸਕਦੇ ਹੋ ਤੁਸੀਂ ਬੇਸਿਕਲੀ। ਇਹ ਹੈਗਾ ਜਿਹੜੇ ਮਤਲਬ ਫਿਟ ਨਹੀਂ ਵੀ ਜਿਨ੍ਹਾਂ ਨੂੰ ਪ੍ਰੋਬਲਮ ਨਹੀਂ ਹੈ ਕੋਈ, ਪਰ ਐਕਸਰਸਾਈਜ਼ ਕਰਨਾ ਚਾਹੁੰਦੇ ਨੇ, ਉਹ ਇੱਦਾਂ ਕਰ ਸਕਦੇ ਨੇ। ਤੁਸੀਂ 10 ਤੋਂ ਸਟਾਰਟ ਕਰੋ, 10 ਤੋਂ ਸਟਾਰਟ ਕਰੋ ਪ੍ਰੈਸ ਅਪ, ਹੌਲੀ ਹੌਲੀ ਤੁਸੀਂ ਬਿਲਡ ਅਪ ਕਰਦੇ ਜਾਓਗੇ। ਉਹਦੇ ਨਾਲ ਕੀ ਹੈ ਕਿ ਤੁਹਾਡੀ ਰੋਜ਼ ਦੀ ਡੇਲੀ ਐਕਸਰਸਾਈਜ਼ ਦਾ ਕੋਟਾ, ਜਿੱਦਾਂ ਕਹਿੰਦੇ ਨੇ 2 ਰੋਟੀਆਂ ਮੈਨੂੰ ਚਾਹੀਦੀਆਂ ਦੁਪਹਿਰ ਨੂੰ, 2 ਰਾਤ ਨੂੰ ਚਾਹੀਦੀਆਂ, ਫਿਰ ਤਸੱਲੀ ਆਉਂਦੀ ਹੈ। ਸੋ ਇਹ ਜਿਹੜੀ ਤੁਹਾਡੀ ਬੋਡੀ ਦੀ ਤਸੱਲੀ ਇਹਦੇ ਨਾਲ ਪੂਰੀ ਹੋ ਸਕਦੀ ਹੈ, ਤੁਹਾਨੂੰ ਜਿਮ ਜਾਣ ਦੀ ਲੋੜ ਹੀ ਨਹੀਂ। ਬਹੁਤ ਵਧੀਆ ਤਰੀਕੇ ਨੇ, ਸਿੰਪਲ ਐਂਡ ਵੈਰੀ ਇਫੈਕਟਿਵ, ਬਿਕੋਜ਼ ਐਜ਼ ਵਰਕਿੰਗ ਹਸਪੀਟਲ 'ਚ ਜਦੋਂ ਅਸੀਂ ਕੰਮ ਕਰਦੇ ਆ ਫਿਜ਼ੀਓਥੈਰੇਪੀ ਦੇ ਜ਼ਰੀਏ ਦੇ ਨਾਲ ਸਾਰੀ ਐਕਸਰਸਾਈਜ਼ ਜੋ ਤੁਸੀਂ ਮੈਂਸ਼ਨ ਕੀਤੀਆਂ ਅਸ਼ੋਕ ਜੀ, ਉਹੀਓ ਐਕਸਰਸਾਈਜ਼ ਹੁੰਦੀਆਂ। ਪਰ ਇਹ ਹੈਗਾ ਕਿ ਕਈ ਵਾਰੀ ਸਾਨੂੰ ਡਾਕਟਰ ਕੋਲ ਜਾ ਕੇ ਜਾਂ ਫਿਜ਼ੀਓਥੈਰੇਪੀ ਕੋਲ ਜਾ ਕੇ ਪਤਾ ਲੱਗਦਾ ਵੀ ਇਹ ਐਕਸਰਸਾਈਜ਼ ਤਾਂ ਅਸੀਂ ਆਰਾਮ ਦੇ ਨਾਲ ਘਰੇ ਕਰ ਸਕਦੇ ਹਾਂ। ਐਂਡ ਟੈਕਨੀਕ ਜਿਹੜੀ ਹੈਗੀ ਹੈ ਸੋ ਸਿੰਪਲ ਐਂਡ ਪ੍ਰਾਈਸਲੈਸ, ਕੋਈ ਪ੍ਰਾਈਜ਼ ਨਹੀਂ ਹੈਗਾ। ਵੀ ਡੋਂਟ ਨੀਡ ਟੂ ਗੋ ਟੂ ਜਿਮ ਐਂਡ ਵੈਰੀ ਇਫੈਕਟਿਵ। ਤੁਸੀਂ ਫਲੋਰ 'ਤੇ ਨਹੀਂ ਕਰ ਸਕਦੇ, ਤੁਹਾਡੇ ਘਰ ਚੇਅਰ, ਹਰ ਘਰ ਚੇਅਰ ਪਈ ਹੈ। ਹਾਂਜੀ, ਚੇਅਰ ਦੇ ਦੋਨਾਂ ਪਾਸੇ ਫੜ ਕੇ ਸਲੋਲੀ ਆਪਣੇ ਆਪ ਨੂੰ ਲੀਨ ਕਰਨਾ, ਹੌਲੀ ਹੌਲੀ ਮੂਵ ਕਰਨਾ ਸ਼ੁਰੂ ਕਰ ਦਿਓ। ਸੋ ਇਹ ਤੁਹਾਡੀ ਬਿਲਡਅਪ ਹੋ ਗਈ। ਦੈਨ ਜਦੋਂ ਤੁਹਾਨੂੰ ਪਤਾ ਲੱਗਾ, ਕੌਨਫੀਡੈਂਸ ਆ ਗਿਆ, ਫਿਰ ਤੁਸੀਂ ਫਲੋਰ 'ਤੇ ਕਰ ਲਓ। ਆਲ ਅਬਾਊਟ ਸਟੈਪ ਬਾਈ ਸਟੈਪ, ਹੌਲੀ ਹੌਲੀ ਤੁਸੀਂ ਆਪਣਾ ਬਿਲਡਅਪ ਕਰਨਾ ਆਪਣੀ ਬਾਡੀ ਨੂੰ, ਬਿਲਡਅਪ ਕਰਨਾ। ਕਿਉਂਕਿ ਸਾਡੇ ਸਾਰਿਆਂ ਕੋਲ ਟਾਈਮ ਨਹੀਂ ਹੈਗਾ। ਜਿਹਨੂੰ ਪੁੱਛੋ ਉਹ ਬਿਜ਼ੀ ਹੈ, ਜਿਹਨੂੰ ਪੁੱਛੋ ਉਹ ਬਿਜ਼ੀ ਹੈ। ਕੋਈ ਵਿਹਲਾ ਵੀ ਪੁੱਛੋ ਜਿਹਦੇ ਕੋਲ ਕੰਮ ਨਹੀਂ ਹੈਗਾ, ਤੁਹਾਨੂੰ ਕੰਮ ਬਾਰੇ ਪੁੱਛੇਗਾ, ਉਹ ਵੀ ਕਹੇਗਾ ਮੈਂ ਬਿਜ਼ੀ ਹਾਂ। ਹਾਂ, ਇਹ ਗੱਲ ਤੁਹਾਡੀ ਸਹੀ ਹੈ, ਬਿਕੋਜ਼ ਸਾਡੇ ਕੋਲ ਹੋਰ ਚੀਜ਼ਾਂ ਲਈ ਟਾਈਮ ਹੈ, ਆਪਣੀ ਸਿਹਤ ਲਈ ਜੋ ਕਿ ਸਭ ਤੋਂ ਜ਼ਿਆਦਾ ਅਮੁੱਲੀ ਦਾਤ ਹੈਗੀ ਹੈ, ਉਹਦੇ ਬਾਰੇ ਅਸੀਂ ਕਈ ਵਾਰੀ ਭੁੱਲ ਜਾਂਦੇ ਹਾਂ। ਪਰ ਜਦੋਂ ਤੱਕ ਸਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ, ਜਿਹਨੂੰ ਅਸੀਂ ਕਹਿੰਦੇ ਵੀ ਕੋਈ ਡਿਜ਼ੀਜ਼ ਅਟੈਕ ਨਹੀਂ ਕਰਦਾ, ਉਸ ਤੋਂ ਪਹਿਲਾਂ ਅਸੀਂ ਲਿਸਨ ਨਹੀਂ ਕਰਦੇ। ਇਹ ਸਾਰੀਆਂ ਵਰਕ ਤਾਂ ਕਰਨਗੀਆਂ ਜੇ ਅਸੀਂ ਆਪਣੀ ਡਾਈਟ ਦਾ ਵੀ ਖਿਆਲ ਰੱਖਾਂਗੇ। ਹਾਂਜੀ, ਜੇ ਸਾਰਾ ਕੁਝ ਕਰਕੇ ਤੇ 2 ਪਰੌਂਠੇ ਦੁਪਹਿਰੀ ਤੇ 2 ਰਾਤੀ ਖਾਣੇ ਆ, ਫਿਰ ਪ੍ਰੋਬਲਮ ਹੈ। ਸੋ ਕਹਿੰਦੇ ਜੈਸੇ ਆਹਾਰ ਜਿਹੜਾ ਸਾਡਾ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਹੁੰਦਾ ਵੀ ਫੂਡ ਦੇ ਵਿੱਚ ਕੀ ਖਾਣਾ ਹੈਗਾ। ਇਹ ਕਈ ਵਾਰੀ ਸਾਨੂੰ ਅੱਜ ਕੱਲ੍ਹ ਜਦੋਂ ਅਸੀਂ ਇੰਟਰਨੈਟ 'ਤੇ ਜਾਂਦੇ ਹਾਂ ਅਸ਼ੋਕ ਜੀ, ਇੰਨੀ ਸਾਰੀ ਇਨਫੋਰਮੇਸ਼ਨ ਹੁੰਦੀ ਹੈ ਕਿ ਪਤਾ ਨਹੀਂ ਲੱਗਦਾ ਵੀ ਕਿਹੜੀ ਰਾਈਟ ਇਨਫੋਰਮੇਸ਼ਨ ਸਾਡੇ ਲਈ ਬੈਟਰ ਹੈਗੀ ਹੈ, ਕਿਹੜੀ ਨਹੀਂ। ਥੋੜ੍ਹਾ ਜਿਹਾ ਤੁਹਾਡੇ ਕੋਲੋਂ ਜਾਣਦੇ ਹਾਂ ਵੀ ਤੁਹਾਡੇ ਤਜਰਬੇ ਦੇ ਹਿਸਾਬ ਦੇ ਨਾਲ ਕੀ ਖਾਣਾ ਚਾਹੀਦਾ ਹੈਗਾ ਐਜ਼ ਏ ਮਸਲਸ ਬਣਾਉਣ ਲਈ, ਮਸਲ ਦੇ ਲਈ ਰਾਈਟ ਜਿਹੜੀ ਹੈਗੀ ਹੈ ਕੀ ਚੀਜ਼ਾਂ ਦੀ ਲੋੜ ਪੈਂਦੀ ਹੈਗੀ ਆ। ਦੇਖੋ ਜੀ ਕਿ ਆਮ ਜਦੋਂ ਸੁਣਦੇ ਕਿਸੇ ਨੂੰ ਤੇ ਉਹ ਕਹਿੰਦੇ ਕਿ ਮੀਟ ਖਾਣਾ ਬਹੁਤ ਜ਼ਰੂਰੀ ਹੈ। ਹਾਂਜੀ, ਅੰਡੇ ਖਾਣੇ ਬਹੁਤ ਜ਼ਰੂਰੀ ਹੈ, ਫਿਸ਼ ਖਾਣੀ ਬਹੁਤ ਜ਼ਰੂਰੀ ਹੈ, ਕਿਉਂਕਿ ਤੁਹਾਡੇ ਸਰੀਰ ਇਹਦੇ ਨਾਲ ਚੱਲਦਾ। ਹਾਂਜੀ, ਮੈਂ ਇਸ ਚੀਜ਼ ਨੂੰ, ਮੈਂ ਪਰਸਨਲੀ ਇਸ ਚੀਜ਼ ਨੂੰ ਬਿਲੀਵ ਨਹੀਂ ਕਰਦਾ। ਮੈਂ ਵੈਜੀਟੇਰੀਅਨ ਹਾਂ, ਨਾ ਐਗ, ਨਾ ਫਿਸ਼, ਨਾ ਮਾਸ। ਜੇ ਇਹ ਚੀਜ਼ਾਂ ਨਾਲ ਸਭ ਕੁਝ ਹੁੰਦਾ ਤੇ ਫਿਰ ਹਾਥੀ ਜਿਹੜਾ ਸਭ ਤੋਂ ਸਟਰੋਂਗ ਐਨੀਮਲ ਹੈ ਔਨ ਦੀ ਪਲੈਨਟ, ਤੇ ਫਿਰ ਉਹ ਐਡਾ ਸਟਰੋਂਗ ਕਿੱਦਾਂ ਹੋ ਗਿਆ, ਉਹਦੀ ਬੋਡੀ ਐਡੀ ਵੱਡੀ ਕਿੱਦਾਂ ਹੋ ਗਈ, ਉਹ 'ਚ ਇੰਨੀ ਤਾਕਤ ਕਿੱਥੋਂ ਆਈ। ਡਾਇਨਾਸੋਰ ਕਹਿੰਦੇ ਸੀ ਉਹ ਵੀ ਵੈਜੀਟੇਰੀਅਨ, ਵੱਖਰੇ ਹੈਗੇ ਆ। ਸੋ ਇਹ ਸਾਡੇ ਮਨ ਦਾ ਭੁਲੇਖਾ ਹੈਗਾ, ਠੀਕ ਹੈ, ਕਿ ਜੇ ਮੀਟ ਨਹੀਂ ਖਾਧਾ ਤੇ ਵੀ ਜਾਨ ਨਹੀਂ ਆਣੀ। ਨਹੀਂ, ਇਹ ਬਿਲਕੁਲ ਮੈਂ ਨਹੀਂ ਮੰਨਦਾ ਚੀਜ਼ ਨੂੰ। ਤੇ ਡਾਈਟ ਇਹ ਹੈਗੀ ਹੈ ਕਿ ਤੁਸੀਂ ਸਿੰਪਲ ਭੋਜਨ, ਜਿੱਦਾਂ ਮੈਂ ਪਸੰਦ ਕਰਦਾ, ਉਹ ਪੀਲੀ ਦਾਲ ਹੁੰਦੀ ਨਹੀਂ, ਕੀ ਕਹਿੰਦੇ ਹਾਂਜੀ, ਮਸਰਾਂ ਦੀ ਦਾਲ, ਉਹ ਭਾਵੇਂ ਮੈਨੂੰ 7 ਡੇ ਦੇ ਦਿਓ ਐਂਡ ਟਵਾਈਸ ਏ ਡੇ ਦੇ ਦਿਓ, ਮੈਂ ਖਾ ਲਾਂਗਾ। ਉਹ ਪ੍ਰੋਟੀਨ ਹੈ, ਉਹਦੇ 'ਚ ਕਾਫੀ ਫਾਇਦੇ ਨੇ, ਸਿੰਪਲ ਹੈ
ਤੇ ਦੂਸਰਾ ਸਾਗ ਖਾਓ, ਵਿੱਚ ਪਨੀਰ ਪਾ ਲਓ ਜੇ ਤੁਹਾਨੂੰ ਲੱਗਦਾ ਜਾਣ ਨਹੀਂ ਆਣੀ। ਕੋਰਨ ਖਾਓ, ਕੋਰਨ ਖਾਓ, ਆਪਣੇ ਪੀਸ ਖਾਓ। ਹਾਂਜੀ। ਸੋ ਇਹੋ ਜਿਹੀ ਚੀਜ਼ਾਂ ਅੱਜ ਕੱਲ੍ਹ ਤਾਂ ਸੋਇਆ ਦਾ ਕਿੰਨਾ ਕੁਛ ਬਣਿਆ ਹੋਇਆ, ਸਬਸਟੀਟਿਊਟ ਬਣਿਆ ਹੋਇਆ। ਤੁਸੀਂ 버ਗਰ ਲਓ ਸੋਇਆ ਦੇ, ਤੁਸੀਂ ਸੋਸਿਜ ਲਓ ਸੋਇਆ ਦੇ, ਉਹ ਖਾਓ, ਤੁਹਾਡੇ ਪ੍ਰੋਟੀਨ ਆਏਗੀ, ਜਾਨ ਆਏਗੀ। ਸੋ ਆਪਣੀ ਜਿਹੜੀ ਡਾਈਟ ਹੈ, ਇਹ ਨਾ ਕਰੋ ਕਿ 100 ਕਮਾਇਆ ਤੇ 110 ਖਰਚ ਦਿੱਤੇ। ਠੀਕ ਹੈ ਕਿ ਜੇ ਐਕਸਰਸਾਈਜ਼ ਕੀਤੀ ਹੈ, ਜਿੰਨੀ ਕੈਲਰੀ ਬਰਨ ਕੀਤੀ ਹੈ, ਤੇ ਉਹ ਤੋਂ 10 ਗੁਣਾ ਕੈਲਰੀ ਖਾ ਲਈ। ਸੋ ਇੰਨੀ ਕੋਸ਼ਿਸ਼ ਕਰੋ ਕਿ ਜੇ ਤੁਸੀਂ ਅੱਜ ਐਕਸਰਸਾਈਜ਼ ਕੀਤੀ ਹੈ ਤੇ ਉਹਦੀ ਅੱਧੀ ਜਿਹੜੀ ਕੈਲਰੀ ਖਾਓ, ਤਾਂ ਕਿ ਜੇ ਤੁਸੀਂ ਰਿਡਿਊਸ ਕਰਨਾ ਕੁਛ, ਇਹ ਜ਼ਰੂਰੀ ਹੈ। ਮੇਰੇ ਦੋਸਤ ਹੈ, ਉਹ ਜਿਮ ਜਾਂਦੇ ਆ, ਤੇ ਮੈਂ ਵੀ ਕਬੱਡੀ ਸਿਖਾਉਣ 'ਤੇ ਜਾਂਦਾ ਸੀ, ਤੇ ਕਬੱਡੀ ਤੋਂ ਬਾਅਦ ਉਹ ਕਹਿੰਦੇ ਆ ਜਾਓ ਬੈਠੋ। ਹਾਂਜੀ। ਤੇ ਚਲੋ ਉੱਥੇ ਅਸੀਂ ਪਰੌਂਠੇ ਖਾਧੇ। ਹਾਂਜੀ। ਤੇ ਮੈਂ ਸੋਚਿਆ ਯਾਰ ਕਿ ਐਕਸਰਸਾਈਜ਼ ਕੀਤੀ ਤੇ ਪਰੌਂਠੇ, ਉਹ ਕਹਿੰਦੇ ਯਾਰ ਜਿਮ ਤੇ ਆਏ ਆ ਨਾ। ਘਰ ਦੇ ਕਹਿੰਦੇ ਜਿਮ ਨਹੀਂ ਜਾਂਦੇ, ਜਿਮ ਆਏ। ਸੋ ਇੱਥੇ ਹੁਣ ਤੁਸੀਂ ਕੀ ਕਰੋ? once often I think it's okay, but ਕਈ ਵਾਰੀ ਹੁੰਦਾ ਸਾਡਾ ਪੰਜਾਬੀ ਉਹਦਾ ਵੀ ਕਾਫੀ ਰਿਚ ਇਨ ਜਿਹੜਾ ਹੈਗਾ ਫੈਟ ਦੇ ਵਿੱਚ ਕਹਿ ਲਓ, ਸੋਲਟ ਨਾਲ ਅਸੀਂ ਅਚਾਰ ਵੀ ਰੱਖ ਲੈਂਦੇ ਹਾਂ, ਐਂਡ ਸੋਲਟ ਸਾਡੀ ਟੇਬਲ 'ਤੇ ਹੁੰਦਾ ਵੀ ਥੋੜ੍ਹਾ ਅਸੀਂ ਖਾਣਾ ਨਹੀਂ ਜ਼ਿਆਦਾ, ਉਸ ਦੇ ਉੱਤੇ ਧੂੜ ਲੈਣਾ। ਬਟ ਇਹ ਚੀਜ਼ਾਂ ਦਾ ਆਈ ਥਿੰਕ ਕਾਫੀ ਪਰਹੇਜ਼ ਰੱਖਣਾ ਚਾਹੀਦਾ ਹੈਗਾ, ਕਿ ਕਿਉਂਕਿ ਸਾਡੇ ਏਸ਼ੀਅਨ ਕਮਿਊਨਿਟੀ ਦੇ ਵਿੱਚ ਵੇਖਣ ਚਾਹੇ ਬਲੱਡ ਪ੍ਰੈਸ਼ਰ ਦੀ ਜ਼ਿਆਦਾ ਸ਼ਿਕਾਇਤ ਸਾਡੇ ਏਸ਼ੀਅਨ, ਸ਼ੂਗਰ ਦੀ ਜ਼ਿਆਦਾ ਪ੍ਰੋਬਲਮ ਹੈਗੀ ਹੈ, ਥਾਇਰਾਇਡ ਸਾਡੀ ਕਮਿਊਨਿਟੀ 'ਚ ਜ਼ਿਆਦਾ ਹੈਗਾ। ਐਜ਼ ਹੁਣ ਜਦੋਂ ਕਰੋਨਾ ਵਾਇਰਸ ਵੀ ਹੋਇਆ, ਸਾਰੀ ਜਿਹੜੀ ਸਾਡੀ ਏਸ਼ੀਅਨ ਕਮਿਊਨਿਟੀ ਸੀ, ਬਲੈਕ ਐਂਡ ਏਸ਼ੀਅਨ ਕਮਿਊਨਿਟੀ ਹਾਈ ਰਿਸਕ 'ਚ ਇਸੇ ਕਰਕੇ ਸੀ, ਬਿਕੋਜ਼ ਆਫ ਥੀਸ ਥਿੰਗਸ। ਕੋਈ ਸਿੰਪਲ ਖਾਣਾ ਬਹੁਤ ਜ਼ਰੂਰੀ ਹੈ ਜੇ ਅਸੀਂ ਆਪਣੀ ਸਿਹਤ ਨਾਲ ਪਿਆਰ ਕਰਦੇ, ਕਿ ਜਦੋਂ ਸਿਹਤ ਵਿਗੜ ਗਈ ਤੇ ਇਹਨੂੰ ਕੋਈ ਫਿਕਸ ਨਹੀਂ ਕਰ ਸਕਦਾ। ਡਜ਼ਨਟ ਮੈਟਰ ਜਿੰਨੇ ਮਰਜ਼ੀ ਅਮੀਰ ਆ, ਤੇ ਇਹ ਕੋਈ ਨਹੀਂ ਫਿਕਸ ਕਰ ਸਕਦਾ। ਦੂਸਰਾ, ਮੈਂ ਬੜਿਆਂ ਨੂੰ ਪੁੱਛਿਆ, ਬੜਿਆਂ ਨੂੰ ਦੇਖਿਆ ਕਿ ਸਭ ਜੋੜਨਾ ਚਾਹੁੰਦੇ ਨੇ, ਜੋੜੀ ਜਾਂਦੇ ਨੇ, ਪਰ ਮੈਂ ਅਜੇ ਤੱਕ ਇਹ ਬੰਦਾ ਕੋਈ ਵੀ ਨਹੀਂ ਦੇਖਿਆ ਕਿ ਜਿਹਨੂੰ ਸਰਟੀਫਿਕੇਟ ਮਿਲਿਆ ਕਿ ਕੋਈ ਨਹੀਂ, ਜਦੋਂ ਤੇਰਾ ਐਂਡ ਸਮਾਂ ਆਏਗਾ ਤੂੰ ਨਾਲ ਲੈ ਆਈ। ਅੱਜ ਤੱਕ ਕਿਸੇ ਨੂੰ ਸਰਟੀਫਿਕੇਟ ਨਹੀਂ ਮਿਲਿਆ ਕਿ ਜਿਹੜੀ ਤੂੰ ਪੂੰਜੀ ਹੈ ਨਾਲ ਲੈ ਕੇ ਆ ਜਾ। ਉੱਥੇ ਖਾਲੀ ਹੱਥ, ਉਸ ਦਰਬਾਰ 'ਚ ਕੁਛ ਨਹੀਂ ਜਾ ਸਕਦਾ। ਉਸ ਦਰਬਾਰ 'ਚ ਜਾਣੇ ਨੇ ਤਾਂ ਤੁਹਾਡੇ ਚੰਗੇ ਕਰਮ ਜਾਣੇ ਨੇ, ਤੁਹਾਡੇ ਚੰਗੇ ਕੀ ਕਹਿੰਦੇ ਕੀਤੇ ਹੋਏ ਕੰਮ ਜਾਣੇ ਨੇ। ਤੇ ਫਿਰ ਅਸੀਂ ਇਹਨਾਂ ਚੀਜ਼ਾਂ ਮਗਰ ਇੰਨਾ ਜ਼ਿਆਦਾ ਕਿਉਂ ਵਕਤ ਖਰਾਬ ਕਰਦੇ ਹਾਂ? ਚੰਗੀ ਸਿਹਤ ਹੋਏਗੀ ਤਾਂ ਮੈਨੂੰ ਕਿਸੇ ਦਾ ਸਹਾਰਾ ਨਹੀਂ ਲੈਣਾ ਪਏਗਾ ਓਲਡ ਏਜ ਵਾਸਤੇ। ਮੈਂ ਖੁਦ ਆਪਣੇ ਆਪ ਸਭ ਕੁਝ ਕਰ ਸਕਦਾ। ਜਿਸ ਤਰ੍ਹਾਂ ਮੈਂ ਵਿਜ਼ਿਟ ਕਰਦਾ ਘਰਾਂ 'ਚ, ਮੈਂ ਆਮ ਵਰਕਿੰਗ ਫਾਰ ਬਰਮਿੰਘਮ ਸਿਟੀ ਕੌਂਸਲ, ਤੇ ਘਰਾਂ 'ਚ ਵਿਜ਼ਿਟ ਕਰਦਾ, ਤੇ ਆਪਣਿਆਂ ਨਾਲੋਂ ਜ਼ਿਆਦਾ ਮੀਨਸ ਜਿਹੜੀ ਆਪਣੀ ਬ੍ਰਿਟਿਸ਼ ਕਮਿਊਨਿਟੀ ਹੈ ਉਹਨਾਂ ਨੂੰ ਦੇਖਦਾ, 90 ਸਾਲ ਦੇ ਹੈ, ਇਕੱਲੇ ਰਹਿੰਦੇ ਨੇ, ਸਭ ਕੁਛ ਆਪੇ ਕਰਦੇ ਨੇ। ਸਾਡੇ ਕੀ ਹੁੰਦਾ, ਸਾਡੀ ਮਾਤਾ ਇਕੱਲੀ ਹੈ, ਸਾਡਾ ਬਾਪੂ ਇਕੱਲਾ, ਉਹਦੇ ਕੋਲ ਕੋਈ ਹੈ ਨਹੀਂ, ਉਹਨੂੰ ਸਹਾਰਾ ਚਾਹੀਦਾ, ਉਹ ਨਹੀਂ ਤੁਰ ਸਕਦੇ। ਪਰ 95 ਇਅਰਸ ਲੇਡੀਜ਼ ਜਿਹੜੇ ਸਮਝ ਲਓ ਕਿ ਬ੍ਰਿਟਿਸ਼ ਲਾ ਲਓ, ਹਾਂਜੀ, ਉਹ ਆਪਣਾ ਕੰਮ ਆਪ ਹੀ ਕਰਦੇ ਨੇ, ਕਿਉਂਕਿ ਉਹਨਾਂ ਕਦੀ ਕਿਸੇ ਦਾ ਸਹਾਰਾ ਤੱਕਿਆ ਹੀ ਨਹੀਂ। ਸਾਨੂੰ ਆਦਤ ਪਈ ਹੋਈ ਹੈ। ਅਸੀਂ ਕਿਸਮ ਦਾ ਆਪਣੀ ਕਮਿਊਨਿਟੀ ਨੂੰ ਇੱਦਾਂ ਲੱਗਦਾ, ਅਸ਼ੋਕ ਜੀ ਤੁਹਾਡੇ ਗੱਲਾਂ ਤੋਂ ਵੀ ਡਿਸੇਬਲ ਬਣਾਉਣ ਦੀ ਕੋਸ਼ਿਸ਼ ਕਰ ਰਹੇ। ਜੇਕਰ ਅਸੀਂ ਰਾਈਟ ਤਰੀਕੇ ਦੇ ਨਾਲ ਠੀਕ ਹੈ, ਕਿਸੇ ਨੂੰ ਬਹੁਤ ਜ਼ਿਆਦਾ ਅਗਰ ਤਕਲੀਫ ਹੈ ਦੈਨ ਵੀ ਕੈਨ ਹੈਲਪ ਦੈਮ, ਬਟ ਅਦਰਵਾਈਜ਼ ਜਿੱਦਾਂ ਹੁਣ ਅਸੀਂ ਵੀ ਹਸਪੀਟਲ ਜਦੋਂ ਕੰਮ ਕਰਦੇ ਇਨਕਰੇਜ ਪੀਪਲ, ਹੁਣ ਕਈਆਂ ਦੇ ਘੁਟਨੇ ਦੇ ਆਪਰੇਸ਼ਨ ਹੋਣ ਤੇ ਉਹ ਕਹਿੰਦੇ ਵੀ ਅਸੀਂ ਤੁਰੀਏ ਨਾ, ਹੈ ਨਾ, ਆਪਰੇਸ਼ਨ ਡਾਕਟਰ ਵੀ ਕਹਿੰਦਾ ਵੀ 50% ਜਿਹੜਾ ਹੈਗਾ ਤੁਹਾਡਾ ਆਪਰੇਸ਼ਨ ਅਸੀਂ ਕਰ ਦਿੰਦੇ ਹਾਂ, ਬਾਕੀ 50% ਜਿਹੜਾ ਤੁਹਾਡੀ ਐਕਸਰਸਾਈਜ਼ ਦੇ ਨਾਲ ਤੁਹਾਨੂੰ ਫਰਕ ਪੈਣਾ। ਜੇਕਰ ਤੁਸੀਂ ਐਕਸਰਸਾਈਜ਼ ਨਹੀਂ ਕਰਦੇ ਤੇ ਫਿਰ ਆਪਰੇਸ਼ਨ ਕਰਾਉਣ ਦਾ ਵੀ ਕੋਈ ਮਕਸਦ ਨਹੀਂ ਹੈ, ਕੋਈ ਫਾਇਦਾ ਨਹੀਂ ਹੈ। ਸੋ ਅਸੀਂ ਉਹ ਭੁੱਲ ਜਾਂਦੇ ਹਾਂ ਵੀ ਸਾਨੂੰ ਯੂਜ਼ ਆਪਣੀ ਬਾਡੀ ਕਰਨੀ ਹੈ, ਐਕਸਰਸਾਈਜ਼ ਅਸੀਂ ਆਪਣੀ ਬਾਡੀ ਨਾਲ ਕਰਾਂਗੇ ਤਾਂ ਹੀ ਅਸੀਂ ਸੁਧਾਰ ਲਿਆ ਸਕਦੇ ਆਪਣੀ ਹੈਲਥ ਦੇ ਵਿੱਚ। ਕਿਸੇ ਦੇ ਮੁਹਤਾਜ ਹੋਣ ਨਾਲੋਂ ਚੰਗਾ ਕਿ ਅਸੀਂ ਆਪਣੇ ਤੇ ਵਰਕਆਊਟ ਕਰੀਏ ਤਾਂ ਕਿ ਐਜ਼ ਯੂ ਮੈਂਸ਼ਨ ਕਿ ਏਜ ਦੇ ਵਿੱਚ ਸਾਨੂੰ ਕਿਸੇ ਦਾ ਸਹਾਰਾ ਲੈਣ ਦੀ ਲੋੜ ਨਾ ਪਏ। ਜਿਹੜੀ ਤੁਸੀਂ ਗੱਲ ਕੀਤੀ ਹੈ ਇਹ ਬਿਲਕੁਲ ਠੀਕ ਹੈ ਕਿ ਜਦੋਂ ਉਹ ਕੋਸ਼ਿਸ਼ ਕਰਦੇ ਆ ਤੇ ਉਹਨਾਂ ਨੂੰ ਪੀੜ ਹੁੰਦੀ ਹੈ ਤੇ ਉਹ ਸੋਚਦੇ ਕਿ ਇਹ ਤੋਂ ਅੱਗੇ ਮੈਂ ਨਹੀਂ ਕਰ ਸਕਦੀ ਜਾਂ ਮੈਂ ਨਹੀਂ ਕਰ ਸਕਦਾ। ਹਾਂਜੀ, ਨਹੀਂ, ਇਹ ਗਲਤ ਹੈ। ਜਦੋਂ ਤੁਹਾਨੂੰ ਦਰਦ ਹੁੰਦੀ ਹੈ, ਜਦੋਂ ਤੁਹਾਨੂੰ ਏਕਿੰਗ ਹੁੰਦੀ ਹੈ, ਉਹ ਤੁਹਾਡੀ ਬੋਡੀ ਦੀ ਲਿਮਿਟ ਹੈਗੀ ਹੈ।
ਜਿਹੜਾ ਤੁਸੀਂ ਉਸ ਤੋਂ ਬਾਅਦ ਸਟੈਪ ਲੈਣਾ, ਜਿਹੜਾ ਤੁਸੀਂ ਉਸ ਤੋਂ ਬਾਅਦ ਹੋਰ ਕਦਮ ਚੱਲਣੇ ਨੇ, ਉਹ ਤੁਹਾਡੀ ਇਨਵੈਸਟਮੈਂਟ ਆ, ਉਹ ਤੁਹਾਡਾ ਫਾਇਦਾ ਹੈ। ਅਸੀਂ ਸੋਚਦੇ ਹਾਂ ਕਿ ਇੱਥੇ ਹੁਣ ਮੇਰੇ ਦੁਖਣ ਲੱਗ ਪਏ, ਇੱਥੇ ਪੀੜ ਹੋਣ ਲੱਗ ਪਈ, ਮੈਂ ਗਾਂ 2 ਕਦਮ ਨਹੀਂ ਚੱਲ ਸਕਦੀ ਜਾਂ ਚੱਲ ਸਕਦਾ, ਨਹੀਂ। ਉਸ ਤੋਂ ਬਾਅਦ ਜਿਹੜੇ ਤੁਸੀਂ ਕਦਮ ਚੱਲਣੇ ਉਹ ਫਾਇਦੇ ਵਾਲੇ ਕਦਮ ਹੈ, ਕਿ ਤੁਸੀਂ ਆਪਣੀ ਬਾਡੀ ਦੀ ਉਹਦੀ ਲਿਮਟ ਤੋਂ ਅੱਗੇ ਪੁਸ਼ ਕੀਤਾ। ਇਹ ਸਾਡੇ 'ਚ ਫਰਕ ਹੈ। ਸਾਡੇ ਦਿਮਾਗ 'ਚ ਆ ਕਿ ਤੋਂ ਅੱਗੇ ਮੈਂ ਨਹੀਂ ਜਾ ਸਕਦੀ, ਨਹੀਂ, ਜਾਣਾ ਤੁਸੀਂ। ਜਦੋਂ ਜਾਓਗੇ ਕੁਛ ਨਹੀਂ ਹੋਣਾ, ਕੁਛ ਟੁੱਟਣਾ ਨਹੀਂ ਹੈਗਾ, ਤੁਹਾਡੇ ਮਸਲ ਦੀ ਲਿਮਟ ਵਧਣੀ। ਜਦ ਅਸੀਂ ਆਪਣੇ ਬੈਂਕ 'ਚ 50,000 ਤੋਂ ਲੱਖ ਕਰਨਾ ਪਸੰਦ ਕਰਦੇ ਹਾਂ ਹਾਰਡਵੇਅਰ ਕਰਕੇ, ਠੀਕ ਹੈ, ਤੇ ਇੱਥੇ ਕਿਉਂ ਨਹੀਂ ਕਰ ਸਕਦੇ? ਉੱਥੇ ਅਸੀਂ ਬ੍ਰੇਕ ਨਹੀਂ ਲਾਉਂਦੇ ਕਿ 50 ਆ ਗਿਆ ਕੋਈ ਗੱਲ ਨਹੀਂ, 2 ਪ੍ਰਾਪਰਟੀਆਂ ਆ ਗਈਆਂ ਕੋਈ ਗੱਲ ਨਹੀਂ, ਕਹਿੰਦੇ ਨਹੀਂ ਇੱਕ ਹੋਰ ਹੋਣੀ ਚਾਹੀਦੀ ਹੈ। ਆਪਣੀ ਲਿਮਟ ਤੋਂ ਅੱਗੇ ਜਾਂਦੇ ਆ। ਪਰ ਜਦੋਂ ਸਾਨੂੰ ਇਹੋ ਜਿਹੀ ਕੋਈ ਐਕਸਰਸਾਈਜ਼ ਮਿਲਦੀ ਹੈ, ਦਰਦ ਹੁੰਦੀ ਹੈ, ਉਹ ਤੋਂ ਅੱਗੇ ਜਾਣਾ ਚਾਹੀਦਾ। ਸੋ ਜਿੱਦਾਂ ਮਨੀ ਦਾ ਬੋਨਸ ਮਿਲਦਾ ਹੈ, ਇਸੇ ਤਰੀਕੇ ਦੇ ਨਾਲ ਐਜ਼ ਏ ਹੈਲਥ। ਐਗਜ਼ੈਕਟਲੀ। ਜੇ ਤੁਸੀਂ 2 ਕਦਮ ਉਸ ਤੋਂ ਬਾਅਦ ਚੱਲੇ ਹੋ, ਅਗਲੀ ਵਾਰ ਤੁਸੀਂ 4 ਚੱਲੋਗੇ, ਤੁਸੀਂ ਤੇ ਉਹ ਮੰਜ਼ਿਲ ਪਿੱਛੇ ਛੱਡ ਦੇਣਾ, ਫਿਰ ਉਹ ਤੁਹਾਡੀ ਦਰਦ ਆਟੋਮੈਟਿਕਲੀ ਜਾਈ ਜਾਏਗੀ। ਐਬਸੋਲੂਟਲੀ ਰਾਈਟ। ਅਸ਼ੋਕ ਜੀ, ਜਿੱਦਾਂ ਹੁਣ ਤੁਹਾਨੂੰ ਕਾਫੀ ਅਰਸੇ ਤੋਂ, ਆਈ ਮੀਨ ਇਟਸ ਲਾਈਕ ਫਰੋਮ ਯੋਰ ਯੰਗ ਏਜ ਟਿਲ ਨਾਓ, ਹੈ ਨਾ, ਤੁਸੀਂ ਕਬੱਡੀ ਦੇ ਨਾਲ ਹਮੇਸ਼ਾ ਜੁੜੇ ਰਹੋ, ਈਵਨ ਯੂ ਡੂਇੰਗ ਸਾਈਡ 'ਤੇ ਕੰਮ ਵੀ ਕਰਦੇ ਹੋ, ਬਟ ਕਬੱਡੀ ਜਿਹੜੀ ਸੀ ਤੁਹਾਡੀ ਮੇਨ ਸੀ। ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕਬੱਡੀ ਕਿੱਥੇ ਜਾ ਰਹੀ ਹੈ, ਇਹਦੇ ਬਾਰੇ ਸਾਨੂੰ ਦੱਸੋ। ਦੇਖੋ ਜੀ, ਇਹ ਜਿੱਦਾਂ ਮੈਂ ਕਿਹਾ ਸੁਪਨਾ ਸੀਗਾ ਅਤੇ ਬੜੀ ਦੇਰ ਦੀ ਜਦੋਜਹਿਦ ਸੀਗੀ। ਕਬੱਡੀ ਨੂੰ ਕਦੀ ਸਪੋਰਟ ਨਹੀਂ ਮਿਲੀ ਅਤੇ ਪਲੇਟਫਾਰਮ ਨਹੀਂ ਮਿਲਿਆ। ਪਲੇਟਫਾਰਮ ਹੋਣਾ ਜ਼ਰੂਰੀ ਹੈ। ਸਪੋਜ਼ ਕੋਈ ਸਿੰਗਰ ਹੈਗਾ, ਕੋਈ ਐਕਟਰ ਹੈਗਾ, ਜਦ ਤੱਕ ਉਹਨੂੰ ਕੋਈ ਵੱਡੀ ਸਟੇਜ ਨਹੀਂ ਮਿਲਦੀ, ਫਿਲਮ ਨਹੀਂ ਮਿਲਦੀ, ਉਹਦੀ ਰੈਕੋਗਨੀਸ਼ਨ ਨਹੀਂ ਹੁੰਦੀ। ਇਸ ਭਾਲ ਦੇ ਵਿੱਚ ਅਸੀਂ ਲੱਗੇ ਹੋਏ ਸੀ ਅਤੇ ਸਾਡੀ ਟੀਮ ਲੱਗੀ ਹੋਈ ਸੀਗੀ। ਹੁਣ 2 ਸਾਲ BBC ਦੇ ਨਾਲ ਗੱਲਬਾਤ, ਮੀਟਿੰਗਾਂ ਕਰਨ ਤੋਂ ਬਾਅਦ ਇਹ BBC ਨੇ ਸਾਡੇ ਨਾਲ ਜੁਆਇੰਟ ਐਡਵੈਂਚਰ ਕੀਤਾ ਪ੍ਰੋਡਕਸ਼ਨ ਵਾਸਤੇ, ਅਤੇ ਬ੍ਰਿਟਿਸ਼ ਕਬੱਡੀ ਲੀਗ ਜਿਹੜੀ ਅਸੀਂ ਸ਼ੁਰੂ ਕੀਤੀ, ਕਿਉਂਕਿ ਇੱਥੇ ਪਹਿਲਾਂ ਲੀਗ ਨਹੀਂ ਹੈਗੀ ਸੀ ਇਸ ਕਬੱਡੀ ਦੀ। ਸੋ ਬ੍ਰਿਟਿਸ਼ ਕਬੱਡੀ 'ਚ ਅਸੀਂ 8 ਟੀਮਾਂ ਬਣਾਈਆਂ ਫਰੈਂਚਾਈਜ਼, ਹਾਂਜੀ, ਅਤੇ ਉਹ 8 ਟੀਮਾਂ ਦੇ ਜਿਹੜੇ ਓਨਰ ਹੈਗੇ ਆ, ਜਿਨ੍ਹਾਂ ਨੇ ਰਿਸਪੌਂਸੀਬਿਲਟੀ ਲਈ, ਉਹਨਾਂ 'ਚ ਕੋਈ ਵੀ ਕਬੱਡੀ ਦੇ ਨਾਲ ਇਹੋ ਜਿਹਾ ਰਿਲੇਟਡ ਨਹੀਂ ਹੈਗਾ। ਇਹਦੇ ਵਿੱਚ ਲੇਡੀਜ਼ ਵੀ ਹੈ, ਆਪਣੇ ਸਦੀਨਾ ਐਂਡ ਅਮਰਜੀਤ, ਜਿਨ੍ਹਾਂ ਨੇ ਪਹਿਲੀ ਹੈ ਲੇਡੀ ਜਿਹਨੇ ਕਬੱਡੀ ਦੀ ਟੀਮ ਲਈ ਹੈ। ਸ਼ੀ ਡੋਂਟ ਨੋ ਦੀ ABC ਆਫ ਕਬੱਡੀ, ਪਰ ਇੱਕ ਇੰਸਪਾਇਰ ਹੋ ਕੇ ਸਾਡੇ ਕੋਲੋਂ ਉਹਨਾਂ ਨੇ ਟੀਮ ਲਈ ਹੈ ਔਰ ਲੁੱਕ ਆਫਟਰ ਕਰ। ਕਬੱਡੀ ਦਾ ਪਤਾ ਹੀ ਨਹੀਂ ਸੀਗਾ, ਹੁਣ ਇੰਨਾ ਜਨੂਨ ਹੈ। ਸੋ ਉਹਦੇ 'ਚ ਕੀ ਹੋਇਆ ਕਿ ਜਦੋਂ ਤੁਸੀਂ ਕਿਸੇ ਨੂੰ ਟੀਚ ਕਰਨਾ ਨਾ, ਅਗਰ ਤੋਂ ਪਹਿਲਾਂ ਕੋਈ ਸਿੱਖਿਆ ਤੁਸੀਂ ਸਿਖਾਓਗੇ, ਉਹਨੇ ਕਹਿਣਾ ਮੈਨੂੰ ਤੇ ਪਤਾ, ਮੈਨੂੰ ਆਉਂਦਾ। ਜੋ ਤੁਸੀਂ ਨਵੇਂ ਨੂੰ ਕੁਝ ਦੱਸੋਗੇ ਨਾ, ਫਿਰ ਉਹ ਅਡੋਪਟ ਕਰੇਗਾ, ਸੁਣੇਗਾ, ਲਿਸਨ ਕਰੇਗਾ। ਇਸ ਕਰਕੇ ਅਸੀਂ 8 ਨੂੰ ਨਵਿਆਂ ਨੂੰ ਲਿਆ, ਅਤੇ ਇਹ 4 ਸਿਟੀਆਂ ਦੇ ਵਿੱਚ ਅਸੀਂ ਇਹਨੂੰ ਹੋਸਟ ਕੀਤਾ। ਵੁਲਹਮਟਨ ਤੋਂ ਸਟਾਰਟ ਹੋਈ ਸੀਗੀ, ਹਾਂਜੀ, 2 ਵੀਕ ਪਹਿਲਾਂ, ਅਤੇ ਲਾਸਟ ਵੀਕਐਂਡ ਸੀਗੀ ਮੈਨਚੈਸਟਰ 'ਚ। ਆਹ ਵੀਕਐਂਡ ਜਿਹੜੀ ਹੈ ਕੱਲ੍ਹ ਸੈਟਰਡੇ ਅਤੇ ਸੰਡੇ 23, 24 ਆਪਣਾ ਬਰਮਿੰਘਮ ਨੀਚਲ ਵੈਲਬੀਂਗ ਸੈਂਟਰ ਨੀਚਲ ਦੇ ਵਿੱਚ, ਜਿਹੜਾ ਆਸ਼ਰਮ ਦੇ ਨਾਲ, ਉੱਥੇ ਹੈ। ਇਹ ਇਕੱਲੀ ਕਬੱਡੀ ਨਹੀਂ ਹੈਗੀ, ਇਹ ਫੈਮਿਲੀ ਇਵੈਂਟ ਹੈਗਾ। ਫੈਮਿਲੀ ਇਵੈਂਟ ਕੀ ਕਿ ਕਬੱਡੀ ਦੇ ਮੈਚ ਹੋਣਗੇ, ਅਤੇ ਉਹਦੇ ਵਿੱਚ ਉਸ ਤੋਂ ਬਾਅਦ ਇੰਟਰਟੇਨਮੈਂਟ ਹੋਏਗੀ, ਭੰਗੜਾ, ਗਿੱਧਾ, ਹੋਰ ਵੱਖਰੀਆਂ ਚੀਜ਼ਾਂ। ਇਹ ਕਬੱਡੀ ਹੈਗੀ ਇਸ ਲਾਈਕ ਟੈਨਿਸ। ਇਹਦੇ 'ਚ ਕੋਈ ਰੋਲਾ ਨਹੀਂ, ਜਾਂ ਕੋਈ ਸ਼ਾਊਟਿੰਗ ਨਹੀਂ, ਜਾਂ ਕੋਈ ਗਾਲਾਂ ਨਹੀਂ, ਨਾ। ਇਹਦੇ 'ਚ ਫੁੱਲ ਕੰਟਰੋਲ ਰੈਫਰੀ ਦਾ ਹੁੰਦਾ। ਅਗਰ ਕੋਈ ਵੀ ਕੋਈ ਗੱਲ ਕਰਦਾ ਤਾਂ ਕਾਰਡ ਹੁੰਦਾ, ਜੇ ਫੁੱਟਬਾਲ ਨੂੰ ਕਾਰਡ ਹੁੰਦਾ, ਗ੍ਰੀਨ ਕਾਰਡ, ਯੈਲੋ ਕਾਰਡ, ਰੈੱਡ ਕਾਰਡ ਦਿਖਾਉਂਦੇ ਆ। ਈਵਨ ਕਿ ਜਿਹੜੇ ਤੁਹਾਡੇ ਕੋਚਿਸ ਵੀ ਹੈ, ਉਹ ਵੀ ਬਾਹਰੋਂ ਸ਼ਾਊਟ ਨਹੀਂ ਕਰ ਸਕਦੇ, ਜਾਂ ਮਤਲਬ ਕਿ ਗਾਲਾਂ ਨਹੀਂ ਕੱਢ ਸਕਦੇ, ਨਾ, ਉਹਨਾਂ ਨੂੰ ਵੀ ਕਾਰਡ ਦਿੱਤਾ ਜਾ ਸਕਦਾ, ਅਤੇ ਉਹਨਾਂ ਨੂੰ ਵੀ ਵੈਨਿਊ ਤੋਂ ਬਾਹਰ ਬੈਠਣਾ ਪੈਣਾ। ਸੋ ਇੱਕ ਫੁੱਲੀ ਕਾਇਦਾ ਕਾਨੂੰਨ ਹੈ। BBC ਨੇ ਜਿਹੜੀ ਸਾਡੇ ਨਾਲ ਆਪਣਾ ਪ੍ਰੋਡਕਸ਼ਨ ਵਾਸਤੇ ਕੀਤੀ 2 ਸਾਲ ਦੀ, ਹਾਂਜੀ, ਇਹ iPlayer, BBC iPlayer 'ਤੇ ਲਾਈਵ ਆਉਂਦੀ ਹੈ, ਤੁਸੀਂ ਜਦੋਂ ਮਰਜ਼ੀ ਉੱਥੇ ਦੇਖ ਵੀ ਸਕਦੇ ਹੋ। ਇਹਦੇ ਨਾਲ ਹੁਣ ਇਸ ਕਬੱਡੀ ਨੂੰ ਇੱਕ ਪਲੇਟਫਾਰਮ ਮਿਲ ਗਿਆ। ਜਿੱਦਾਂ ਮੈਂ ਕਿਹਾ, ਕਿਸੇ ਨੂੰ ਵੱਡੀ ਸਟੇਜ ਮਿਲ ਜੇ ਤਾਂ ਹੀ ਨੋਨ ਹੁੰਦਾ। ਸੋ ਮੇਰੇ ਮੁਤਾਬਕ ਕਿ ਕਬੱਡੀ ਨੂੰ ਪਹਿਲੀ ਵਾਰੀ ਇੱਕ ਪਹਿਚਾਣ ਮਿਲੀ ਹੈ, ਕਿਉਂਕਿ BBC 'ਤੇ ਕੋਈ ਵੀ ਉਹ ਸਪੋਰਟਸ ਨਹੀਂ ਆਉਂਦੀ ਜਿਹੜੀ ਰੈਕੋਗਨਾਈਜ਼ ਨਹੀਂ ਹੈਗੀ। ਠੀਕ ਹੈ, ਵੱਡੀ ਸਪੋਰਟਸ That's really to be proud of, isn't it? ਜਾਂ ਮੇਰੀ ਹੋਲ ਟੀਮ, ਮੈਂ ਇਕੱਲਾ ਨਹੀਂ ਹੈ, ਮੈਂ ਉਹਨਾਂ ਸਾਰਿਆਂ ਦਾ
अति धन्नवाद हाँ जिन्होंने ये साथ दिता और जिन्हों के करके इत्थे असीं पहुँचे हाँ। ईवन कि ब्रिटिश आर्मी दे विचों कर्नल अपना जॉन ने जॉन जैक्सन एंड ही इज़ आल्सो मीन्स पार्ट ऑफ दिस एंड प्रेम जी अपने ਇਹਦੇ ਵਿੱਚ ਜਿਹੜੇ ਨਾਲ ਕਰ ਰਹੇ ਇਹ ਸਾਰੇ ਹੀ ਮਤਲਬ ਕਿ ਭੱਜ ਦੌੜ ਕਰਕੇ ਸਾਰਿਆਂ ਦੇ ਨਤੀਜੇ ਨਾਲ ਹੋਈ ਹੈ, ਮੇਰੇ ਨਾਲ ਨਹੀਂ ਕਿ ਜਿਹੜੀ ਮੇਰੇ 'ਚ ਐਬਿਲਿਟੀ ਹੈ ਸ਼ਾਇਦ ਉਹਨਾਂ 'ਚ ਨਹੀਂ ਹੈਗੀ, ਜਿਹੜੀ ਉਹਨਾਂ 'ਚ ਮੇਰੇ ਕੋਲ ਨਹੀਂ ਹੈਗੀ। ਸੋ ਐਜ਼ ਏ ਟੀਮ ਅਸੀਂ ਇਸ ਪਲੇਟਫਾਰਮ 'ਤੇ ਪਹੁੰਚੇ ਹਾਂ। ਹੁਣ ਮੈਂ ਸਭ ਕੋਲੋਂ ਇਹ ਐਕਸਪੈਕਟ ਕਰਦਾ ਕਿ ਇਹਨਾਂ ਦਾ ਪਿਆਰ ਵੀ ਚਾਹੀਦਾ ਕਿ ਲੋਕੀ ਆਉਣ ਆ ਕੇ ਦੇਖਣ ਤਾਂ ਹੀ ਫਾਇਦਾ ਨਾ। जी ਇਹ तो है साढ़े व्यूअर्स जिन्ने भी देख रहे हैं, मैं तो यही कहांगी भी कबड्डी नूं जिन्ना असीं दूर तक ले जा सके, स्पैशली जो सानू अपॉर्चुनिटी मिली हैगी है कि अशोक जी ने सारी अपनी उम्र जिहड़ी है कबड्डी दे पिछे आई थिंक ही इज़ अ शाइनिंग स्टार नाउ ते इस दौर दे विच हुण उन्हां नूं कबड्डी एक वड्डे प्लेटफॉर्म ते सानू सारिआं नूं वेखण दा मौका मिल रहा ते सानू जरूर जाना चाहिए क्योंकि ये बड़े सुभाग दी गल है अशोक जी कि इन्ने सालां दी तुहाडी मेहनत अज एक रंग लिया रही है। तो वो सानू भी थोड़ा योगदान तो पाना चाहिए है। एंड मैं यो कहांगी भी कम एंड सी सैटरडे एंड संडे जिदा कि अशोक जी ने दसिया एंड आने वाले टाइम ते होर जगह ते भी तुसी कबड्डी दा योगदान पा रहे हो अशोक जी? या इस तो बाद इस वीकेंड ते जिहड़ी लीग फिनिश हो जानी, इस तो बाद फिर एक्चुअली जिहड़े कंपीटीशन होने आ ग्लासगो दे विच क्वार्टर फाइनल सैमीफाइनल ते फाइनल्स वो ग्लासगो च जाके होने। सो ये सारिਆਂ ने एक दूजे के नाल खेडिया और खुशी की गल है कि ये कल्ले इंडियन ही नहीं है, ये गोरे है, ये पोलिश है प्लेयर, ये स्कॉटिश प्लेयर है, इज ऑल मिक्सचर। चंगा लगता कि साडी ये गेम दूसरे लोग भी पसंद करते हैं। जिस तरह आ मैं थोड़ा जिहा दसां कि सारे कहते हैं कि कबड्डी जिहड़ी हैगी ओलंपिक जानी चाहिए, ओलंपिक जानी चाहिए। हाँ जी, मेरे कहण नाल तुहाडे कहण नाल उन्हां दे कहण नाल ओलंपिक नहीं जा सकती। ओलंपिक हैव दे सैट रूल्स हर स्पोर्ट्स वास्ते, राइट? असीं उहनूं फॉलो करते पे हैं। इसलिए असीं वर्ल्ड बॉडी बनाई जिहदे च 50 कंट्रीज़ हैगियां। जिहड़े 50 कंट्रीज़ हैगियां उहदे च ये नहीं कि इंडियन ही हैं। फॉर एग्जाम्पल अफ्रीका है, अफ्रीकन है जिहड़े उत्थों दे मैनेज करते हैं, प्लेयर है, अर्जेंटीना हैगी है, सो पोलैंड जिदा हॉलैंड उहदे च हॉलैंड खेडते हैं, वो उत्थों दे बोन खेडते हैं, पोलैंड जिदा उत्थों दे बोन खेडते हैं। सो वो ये देखना चाहते हैं कि अगर ये तुहाडी स्पोर्ट्स हैगी है कि ये वर्ल्ड वाइज लोकी नूं पसंद करते हैं, जे करते हैं तो किन्ने जने उस कंट्री दे विच वो खेडते हैं। सपोज इंग्लैंड है तो किन्ने गोरे खेडते हैं, जे वो खेडते हैं, मतलब कि इस कंट्री दे विच इनू पसंद करते हैं। पहलों यहो जी चीज़ नहीं सी, हर थान ते अपने इंडियन फेसिस होंदे सीगे, वो इनू नहीं पसंद करते। वो कहते जे गेम हैगी है, स्पोर्ट्स हैगी है, सब दी है, ये सारिਆਂ ਦਾ होना जरूरी है। सो असी उस चीज़ नू क्रिएट कर रहे हैं कि ये नहीं कल ओलंपिक चल जाएगी या परसों चल जाएगी, नो इट विल बी टेक अ टाइम, पर असी उस मार्ग ते चल रहे हैं। सानू सारे दी सपोर्ट चाहिए है कि आओ रल के, हाँ जी, रल के हल्ला मारीए कि ये जो भी है ना मेरी स्पोर्ट्स है ना किसी दी, ये साडी सारिਆਂ दी है, साडे इंडिया दी स्पोर्ट्स हैगी है। सो साडा सारिਆਂ दा नाम उच्चा होएगा। जे अज असी क्रिकेट फुटबॉल खेडते हैं, असी अडॉप्ट किया इन्हां दी गेम, तो असी इनू क्यों नहीं चाहते कि दूसरिया कंट्रियां नूं खेडण। हाँ जी, मैं तो यह कहांगी भी साडे व्यूअर्स नूं कि यह साडी हिस्टोरिकल गेम हैगी, असीं इनू गवाना नहीं चाहते, तो ये तुहाडा जिहड़ा योगदान है वो होना बहुत जरूरी है। एंड सिर्फ फिजिकल फिटनेस के लिए नहीं है, जिदा कि अशोक ने दसिया साडी मैंटल हैल्थ लिए, स्पिरिचुअल हैल्थ लिए, सारी हैल्थ जिहड़ी साडी पूरी हैगी उहदे लई बहुत जरूरी हैगी है। एंड असीं तां ही इनू अगे वधा सकते हैं जेकर सानू तुहाडा सहयोग मिलेगा। एंड अशोक जी अपना उपराला कर रहे हैं, तुहानू अपना उपराला करन दी लोड़ हैगी है। सो वध तो वध आई विल से गो एंड सी सैटरडे एंड संडे कि जो इस गेम के बारे है थोड़ी जी नॉलेज बच्चों नू लैके जाओ, फन फेयर हैगा एंड उन्होंने भी पता लगे कि कबड्डी है कि, एंड इट्स वेरी डिफरेंट एटमोसफेयर जिदा कि अशोक जी ने दसिया कि उहदे विच कोई गाली गलोच नहीं है, इट्स वेरी क्लीन तरीके दे नाल बनाई गई है। सो होपफुली वी विल बी गोइंग एंड सीइंग इज वेल, एंड मैं यो कहांगी भी आई विल बी गोइंग एंड होपफुली साडे जिहड़े व्यूअर्स ने वो जरूर जाणगे कि नहीं अशोक जी? जरूर, मैं तो कहना जी सारे आओ एंड आप सब जी का वेलकम है। कहते ना कि जे
ਭੋਜਨ ਚੰਗਾ ਬਣਾਇਆ ਹੋਵੇ, ਹਾਂਜੀ। ਪਰੋਸਿਆ ਹੋਵੇ ਤੇ ਖਾਣ ਵਾਲੇ ਨਾ ਹੋਣ ਤੇ ਉਹਦੀ ਇੰਨੀ ਵੈਲਿਊ ਨਹੀਂ ਪੈਂਦੀ। ਠੀਕ ਹੈ, ਤੇ ਅਸੀਂ ਤਾਂ ਜੋ ਕਰ ਸਕਦੇ ਸੀ ਆਪ ਜੀ ਦੇ ਸੰਯੋਗ ਨਾਲ ਕੀਤਾ, ਤੇ ਹੁਣ ਤੁਹਾਡੀ ਹੈ ਕਿ ਤੁਸੀਂ ਆ ਕੇ ਸਾਡਾ ਹੌਸਲਾ ਵਧਾਓ, ਉਤਸ਼ਾਹ ਦਿਓ ਸਾਨੂੰ, ਆ ਕੇ ਦੇਖੋ। ਕਿਉਂ ਕਿ ਜਿਹੜੇ ਯੰਗਸਟਰ ਹੈਗੇ ਸਾਡੇ, ਜਿਹੜੇ ਅਸੀਂ ਸਾਊਥ ਏਸ਼ੀਅਨ ਕਹਿ ਲਓ ਜ਼ਿਆਦਾ, ਸਾਡਾ ਕੀ ਹੈ ਕਿ ਸਾਡਾ ਬੱਚਾ ਡਾਕਟਰ ਬਣੇ, ਸਾਡਾ ਬੱਚਾ ਸਲਿਸਟਰ ਬਣੇ ਐਂਡ ਬੈਰਿਸਟਰ ਬਣੇ, ਬਿਜ਼ਨਸਮੈਨ ਬਣੇ, ਸਾਡੀ ਗੁੱਡੀ ਬਿਜ਼ਨਸਮੈਨ ਬਣੇ, ਪਰ ਸਪੋਰਟਸ ਵਾਲੇ ਪਾਸੇ ਜਦੋਂ ਆਂਦਾ ਤੇ ਅਸੀਂ ਝੁਕ ਜਾਂਦੇ ਹਾਂ ਕਿ ਇਹਨੇ ਤੈਨੂੰ ਕੀ ਦੇਣਾ ਵਾ, ਇਹਨੇ ਤੇਰੀ ਜ਼ਿੰਦਗੀ ਨਹੀਂ ਬਣਾਉਣੀ। ਨਹੀਂ, ਹੁਣ ਕਬੱਡੀ 'ਚ ਵੀ ਇਹ ਇੱਕ ਲਗਾ ਲਓ ਤੁਸੀਂ ਪ੍ਰੋਫੈਸ਼ਨਲਿਜ਼ਮ ਹੈਗਾ। ਇੰਡੀਆ 'ਚ ਪ੍ਰੋ ਕਬੱਡੀ ਚੱਲਦੀ, ਜਿਹਨੂੰ ਦੇਖ ਕੇ ਅਸੀਂ ਇਹ ਸ਼ੁਰੂ ਕੀਤੀ ਹੈ। ਉੱਥੇ ਆਕਸ਼ਨ ਹੁੰਦੀ ਹੈ, 160,000 ਪਾਉਂਡ, 140,000 ਪਾਉਂਡ, 120,000 ਪਾਉਂਡ ਉਹਨਾਂ ਨੂੰ ਸੀਜ਼ਨ ਦਾ ਮਿਲਦਾ ਖੇਡਣ ਦਾ। ਆਕਸ਼ਨ ਹੁੰਦੀ ਉਹਨਾਂ ਦੀ, ਔਰ ਉਹਦੇ ਵਿੱਚ ਆਪ ਜੀ ਨੇ ਸ਼ਾਇਦ ਕਿ ਸੋਚਿਆ ਨਹੀਂ ਹੋਣਾ, ਅਮਿਤਾਭ ਬੱਚਨ ਫੈਮਿਲੀ ਉਹਨਾਂ ਨੇ ਟੀਮ ਖਰੀਦੀ ਹੈ। ਠੀਕ ਹੈ, ਅਕਸ਼ੇ ਕੁਮਾਰ ਨੇ ਟੀਮ ਖਰੀਦੀ ਹੋਈ ਹੈ, ਜਿਹੜੇ ਆਪਣੇ ਅਦਾਨੀ ਜੋ ਕਿ ਸੈਕੰਡ ਰਿਚਜ਼ ਪਰਸਨ ਇਨ ਇੰਡੀਆ, ਉਹਨੇ ਟੀਮ ਆਪਣੀ ਖਰੀਦੀ ਹੋਈ ਹੈ, ਯੈਸ ਬੈਂਕ ਨੇ ਖਰੀਦੀ ਹੋਈ ਹੈ। ਫਿਰ ਆਪਣੇ ਜਿੰਦਰ ਸਟੀਲ ਮਿਲ ਇੰਡੀਆ 'ਚ ਬਹੁਤ ਵੱਡੇ ਨੇ, ਉਹਨਾਂ ਨੇ ਟੀਮ ਖਰੀਦੀ ਹੋਈ ਹੈ। ਇਸ ਵੇਲੇ ਉਹਨਾਂ ਦਾ ਜੋ ਕੋਚ ਹੈਗਾ, ਹੀ ਵਾਜ਼ ਵਨ ਆਫ ਦੀ ਬੈਸਟ ਪਲੇਅਰ ਇਨ ਹਿਜ਼ ਓਨ ਲਾਈਫ, ਜਿਹਨੂੰ ਕਹਿੰਦੇ ਨੇ ਰਾਕੇਸ਼ ਕੁਮਾਰ। ਆਪ ਜੀ ਗੂਗਲ 'ਤੇ ਜਾ ਕੇ ਰਾਕੇਸ਼ ਕੁਮਾਰ ਬਾਰੇ ਲਿਖਣਾ, ਵਨ ਆਫ ਦੀ ਬੈਸਟ। ਤੋ ਇਸ ਵੇਲੇ ਜਿੰਦਰ ਸਟੀਲ ਜਿਹੜੀ ਹੈਗੀ ਆ, ਉਹਨਾਂ ਦੀ ਹਰਿਆਣਾ ਸਟੀਲਰ ਦੇ ਨਾਂ ਤੋਂ ਟੀਮ ਹੈਗੀ ਆ, ਉਹਦਾ ਕੋਚ ਹੈ। ਉਹ ਵੀ ਸਪੈਸ਼ਲ ਇੱਥੇ ਹੈਲਪ ਕਰਨ ਵਾਸਤੇ ਆਇਆ। ਸਹੀ ਨੋ ਮੀ ਕਿ ਵੀ ਉਹ ਕਹਿੰਦੇ ਕਿ ਤੁਸੀਂ ਕਬੱਡੀ ਵਾਸਤੇ ਬਹੁਤ ਕੀਤਾ, ਸੋ ਮੈਂ ਜੋ ਵੀ ਹੋ ਸਕਦਾ ਹੈ ਕਿ ਮੈਨੂੰ ਕੁਝ ਵੀ ਕਰਨਾ ਪਿਆ ਮੈਂ ਕਰਾਂਗਾ ਤੁਹਾਡੇ ਵਾਸਤੇ। ਹੀ ਇਜ਼ ਆਲਸੋ ਹੇਅਰ, ਜੇ ਕਿਸੇ ਨੇ ਮਿਲਣਾ ਦੇਖਣਾ ਉਹ ਵੀ ਇੱਥੇ ਨੇ। ਤੇ ਇੱਥੋਂ ਤੱਕ ਕਿ ਉਹ ਜਿੱਥੇ ਜਾਂਦੇ ਨੇ, ਚਲੋ 5 ਸਟਾਰ ਹੋਟਲ ਮਿਲਦਾ, ਕਿੰਨੀ ਉਹਨਾਂ ਦੀ ਦੇਖ ਰੇਖ ਹੁੰਦੀ ਹੈ। ਇੱਥੇ ਮੇਰੇ ਨਾਲ ਰਹਿ ਰਹੇ ਨੇ, ਕਹਿ ਰਹੇ ਨਹੀਂ ਮੈਨੂੰ ਛੱਤ ਚਾਹੀਦੀ ਹੈ। ਸੋ ਸਵੀਟ ਕਿ ਵੀ ਇਹ ਕਬੱਡੀ ਛੋਟੀ ਨਹੀਂ ਹੈਗੀ, ਹੁਣ ਇਸ ਕਬੱਡੀ ਗਰੋਇੰਗ। ਤੰਦੁਲਕਰ ਮੈਂ ਭੁੱਲ ਗਿਆ ਕਹਿਣਾ, ਹੀ ਆਲਸੋ ਪਾਰਟ ਆਫ ਦਿਸ ਲੀਗ ਇੰਡੀਆ 'ਚ। ਅਸੀਂ ਇੱਥੇ ਕ੍ਰੀਏਟ ਕਰ ਰਹੇ ਹਾਂ ਬ੍ਰਿਟਿਸ਼ ਵਾਸਤੇ, ਜਿਹੜੇ ਇੱਥੋਂ ਦੇ ਸਾਡੇ ਬੱਚੇ ਹੈ ਬੋਰਨ, ਕਿ ਫੁੱਟਬਾਲ 'ਚ ਕ੍ਰਿਕਟ 'ਚ ਉਹਨਾਂ ਨੂੰ ਜਗ੍ਹਾ ਨਹੀਂ ਮਿਲਦੀ ਪਈ, ਇਹਦੇ 'ਚ ਜਗ੍ਹਾ, ਇਹ 'ਚ ਚਾਂਸਿਸ ਹੈ ਉਹਨਾਂ ਦੇ, ਇਹਦੇ 'ਚ ਆਉਣ ਗਾਂ। ਇਸੇ ਲੀਗ 'ਚ ਅਸੀਂ ਜਿੱਦਾਂ ਸਪੋਂਸਰਸ਼ਿਪ ਆਉਂਦੀ ਹੈ, ਸੋ ਵੀ ਆਲਸੋ ਏਮਿੰਗ ਕਿ ਵੀ ਗਾਂ ਅਸੀਂ ਪਲੇਅਰਾਂ ਨੂੰ ਵੀ ਪੇ ਕਰ ਸਕੀਏ ਜਿੱਦਾਂ ਬਾਕੀ ਸਪੋਰਟਸ 'ਚ ਮਿਲਦਾ। ਅਸ਼ੋਕ ਜੀ, ਮੈਂ ਇੱਕ ਗੱਲ ਪੁੱਛਣਾ ਚਾਹਾਂਗੀ, ਜਿੱਦਾਂ ਸਾਡੇ ਕਈ ਵਿਊਅਰਸ ਨੇ ਉਹ ਕਬੱਡੀ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਆ ਜਾਂ ਪਾਰਟਿਸਿਪੇਟ ਕਰਨਾ ਚਾਹੁੰਦੇ ਹੈਗੇ ਆ ਵੀ ਫਿਊਚਰ ਦੇ ਵਿੱਚ, ਤੇ ਉਹ ਕਿੱਦਾਂ ਤੁਹਾਨੂੰ ਕੰਟੈਕਟ ਕਰ ਸਕਦੇ ਆ? ਚਾਹੇ ਛੋਟੇ ਬੱਚੇ ਨੇ, ਤੁਸੀਂ ਬੱਚਿਆਂ ਤੋਂ ਲੈ ਕੇ ਐਡਲਟਸ ਤੱਕ ਸਾਰਿਆਂ ਨੂੰ ਸਿਖਾਉਂਦੇ ਹੋ, ਵੂਮਨਸ ਆਰ देयर ਐਜ਼ ਵੈਲ, ਸੋ ਉਹ ਕਿਸ ਤਰੀਕੇ ਦੇ ਨਾਲ ਤੁਹਾਨੂੰ ਕੰਟੈਕਟ ਕਰੇ? ਵਾਟਸ ਦ ਬੈਸਟ ਵੇ ਫॉर ਇਟ? ਦੇਖੋ ਜੀ, ਇੱਥੇ ਇੰਗਲੈਂਡ ਕਬੱਡੀ ਐਸੋਸੀਏਸ਼ਨ ਹੈ ਮੇਨ, ਤੇ ਜਿਹੜੇ ਸਕਾਟਲੈਂਡ ਵਾਲੇ ਨੇ ਉਧਰ ਸਕਾਟਿਸ਼ ਕਬੱਡੀ ਹੈਗੀ ਹੈ। ਸੋ ਦੇ ਕੈਨ ਗੋ ਔਨ ਇੰਗਲੈਂਡ ਕਬੱਡੀ ਐਸੋਸੀਏਸ਼ਨ ਵੈਬਸਾਈਟ, ਉੱਥੇ ਆਪਣਾ ਮੈਸੇਜ ਭੇਜਣ, ਉੱਥੇ ਦੇਖ ਸਕਦੇ ਆ, ਫੋਰਮ ਹੈਗਾ, ਯੂ ਕੈਨ ਬਿਕਮ ਏ ਮੈਂਬਰ। ਦੂਸਰਾ, ਬਰਮਿੰਘਮ ਦੀ ਜਿਹੜੀ ਲੋਕਲ ਟੀਮ ਹੈਗੀ ਹੈ, ਇਸ ਕੋਲ ਬਰਮਿੰਘਮ ਬੁਲ ਕਬੱਡੀ, ਬਰਮਿੰਘਮ ਬੁਲਸ, ਤੇ ਉਹਨਾਂ ਦੀ ਵੈਬਸਾਈਟ 'ਤੇ ਇੰਸਟਾਗ੍ਰਾਮ 'ਤੇ ਜਾ ਕੇ ਮੈਸੇਜ ਭੇਜਣ ਕਿ ਵੀ ਉਹ ਟ੍ਰੇਨਿੰਗ ਕਰਨਾ ਚਾਹੁੰਦੇ ਨੇ, ਤੇ ਉੱਥੇ ਉਹ ਗਾਈਡ ਕਰਨਗੇ। ਦੂਸਰਾ, ਅਗਰ ਕੋਈ ਡਾਇਰੈਕਟ ਕਰਨਾ ਚਾਹੁੰਦਾ ਤੇ ਮੇਰਾ ਮੋਬਾਈਲ ਨੰਬਰ ਲਿਖ ਸਕਦੇ ਆ, 077 3537 5638। ਹਾਂਜੀ, ਠੀਕ ਹੈ। ਅਸੀਂ ਸਟੂਡੀਓ ਦੇ ਵਿੱਚ ਵੀ ਅਸ਼ੋਕ ਜੀ ਦਾ ਨੰਬਰ ਰੱਖ ਦਾਂਗੇ, ਜੇਕਰ ਕਿਸੇ ਨੂੰ ਕੰਟੈਕਟ ਇਹਨਾਂ ਨੂੰ ਕਰਨਾ ਹੋਏ ਤਾਂ ਤੁਸੀਂ ਈਜ਼ੀਲੀ ਕੰਟੈਕਟ ਕਰ ਸਕਦੇ ਹੋ ਅਸ਼ੋਕ ਜੀ ਨੂੰ, ਐਂਡ ਦੇ ਵਿਲ ਪ੍ਰੋਵਾਈਡ ਯੂ ਬੈਸਟ ਆਫ देयर ਨੌਲੇਜ, ਜੋ ਵੀ ਤੁਹਾਡੇ ਲਈ ਸੂਟੇਬਲ ਹੋਏਗਾ ਉਹ ਜ਼ਰੂਰ ਤੁਹਾਨੂੰ ਪ੍ਰੋਵਾਈਡ ਕਰਨਗੇ। ਅਸ਼ੋਕ ਜੀ, ਵੀ ਗੋ ਰੀਲੀ ਲੈਸ ਟਾਈਮ, ਹੈ ਨਾ, ਤੇ ਇੱਕ ਮੇਨ ਮੈਸੇਜ ਜਿਹੜਾ ਤੁਸੀਂ ਦੇਣਾ ਚਾਹੋ ਸਾਡੇ ਵਿਊਅਰਸ ਨੂੰ, ਵਟ ਵਿਲ ਬੀ ਦੈਟ ਮੈਸੇਜ? ਦੇਖੋ, ਜਿੰਨੇ ਵੀ ਅਸੀਂ ਕਹੇ ਆ ਸਾਰੇ ਤਕਰੀਬਨ ਸਭ ਆਪ ਜੀ ਦੀ ਕੀ ਕਹਿੰਦੇ ਆ ਗੁੱਡ ਲਾਈਫ ਵਾਸਤੇ ਹੈ। ਤੇ ਮੇਰਾ ਇਹ ਹੈ ਕਿ ਅੱਜ ਆਪ ਜੀ ਸਾਨੂੰ ਸੁਣ ਰਹੇ ਹੋ, ਤੁਹਾਨੂੰ ਮੈਨੂੰ ਦੇਖ ਰਹੇ ਹੋ, ਅਸੀਂ ਤੇ ਆਪਣਾ ਯੋਗਦਾਨ ਪਾਤਾ। ਠੀਕ ਹੈ, ਅਸੀਂ ਚੈਰਿਟੀ ਕਰਦੇ ਹਾਂ, ਅਸੀਂ ਇੱਥੇ ਕੰਮ ਨਹੀਂ ਕਰ ਰਹੇ, ਅਸੀਂ ਸਿਰਫ ਇੱਕ ਸੇਵਾ ਕਰ ਰਹੇ ਹਾਂ। ਠੀਕ ਹੈ, ਤੇ ਇਹ ਚੈਨਲ ਜਿਹੜੇ ਆ ਇੱਦਾਂ ਨਹੀਂ ਚੱਲਦੇ, ਬਹੁਤ ਜ਼ਿਆਦਾ ਪੈਸਾ ਲੱਗਦਾ,
ਇਹਦੇ 'ਚ ਬਹੁਤ ਖਰਚੇ ਨੇ। ਤੇ ਮੇਰੀ ਸਭ ਦੇ ਅੱਗੇ ਇੱਕ ਬੇਨਤੀ ਹੈ ਕਿ ਪਲੀਜ਼ ਆਪ ਜੀ ਯੋਗਦਾਨ ਪਾਓ। ਇਹ ਜੋ ਟੀਵੀ ਹੈ ਆਪਣਾ ਕਾਂਸ਼ੀ ਟੀਵੀ ਬਰਕਰਾਰ ਰਵੇ, ਇੱਥੋਂ ਸਾਨੂੰ ਗਾਈਡੈਂਸ ਮਿਲਦੀ ਰਹੇ, ਆਪਣੀ ਕੀ ਕਹਿੰਦੇ ਆ ਇਨਫੋਰਮੇਸ਼ਨ ਮਿਲਦੀ ਰਹੇ। ਇਹਦੀ ਸਪੋਰਟ ਕਰੋ, ਵੱਧ ਤੋਂ ਵੱਧ ਇਹਨੂੰ ਦੇਖੋ। ਦੂਸਰਾ, ਵੱਧ ਤੋਂ ਵੱਧ ਇਹਦੇ ਪ੍ਰੋਗਰਾਮ ਨਾਲ ਜੁੜੋ। ਕਿ ਕਮਿਊਨਿਟੀ ਚੈਨਲ ਹੈ ਜਿਹੜਾ ਕਿ ਤੁਹਾਡੇ ਸਹਿਯੋਗ ਨਾਲ ਚੱਲਣਾ। ਇਸ ਵੇਲੇ ਜਿੱਦਾਂ ਮੈਂ ਕਬੱਡੀ ਸ਼ੁਰੂ ਕਰ ਦਿੱਤੀ, ਮੈਂ ਕਬੱਡੀ ਇੱਥੇ ਫਾਊਂਡ ਕਰ ਦਿੱਤੀ, ਤੇ ਗਾਂ ਮੈਂ ਇਕੱਲਾ ਸਭ ਕੁਝ ਨਹੀਂ ਕਰ ਸਕਦਾ, ਮੈਨੂੰ ਲੋੜ ਆ ਸਾਥ ਦੀ। ਜੇ ਸਾਥ ਮਿਲਿਆ, ਅੱਜ ਅਸੀਂ ਬ੍ਰਿਟਿਸ਼ ਕਬੱਡੀ ਲੀਗ ਸ਼ੁਰੂ ਕਰਤੀ, ਤੇ ਇਹ ਚੈਨਲ ਸ਼ੁਰੂ ਕਰ ਦਿੱਤਾ ਆਪਣੇ ਜਿਨ੍ਹਾਂ ਨੇ ਕਰਨਾ ਮਾਲਕਾਂ ਨੇ, ਪਰ ਆਪ ਜੀ ਦੇ ਸਹਿਯੋਗ ਦੀ ਲੋੜ ਆ। ਔਰ ਦੂਸਰਾ ਇਹ ਹੈ ਕਿ ਆਪਣੀ ਸਿਹਤ ਦਾ ਖਿਆਲ ਰੱਖੋ। ਜੇ ਚੰਗੀ ਸਿਹਤ ਹੈ ਤੇ ਆਪ ਜੀ ਨਰੋਏ ਰਹਿ ਸਕਦੇ, ਚੰਗੀ ਸਿਹਤ ਹੈ ਤੇ ਆਪ ਰੱਬ ਦਾ ਨਾਮ ਜਪ ਸਕਦੇ ਹੋ, ਚੰਗੀ ਸਿਹਤ ਹੈਗੀ ਹੈ ਤੇ ਤੁਹਾਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ। ਐਬਸੋਲੂਟਲੀ ਰਾਈਟ। ਥੈਂਕ ਯੂ ਅਸ਼ੋਕ ਜੀ। ਕਾਂਸ਼ੀ ਟੀਵੀ ਤੇ ਆਉਣ ਦਾ, ਤੇ ਇਹਦੇ ਨਾਲ ਹੀ ਸਾਡਾ ਅੱਜ ਦਾ ਹਾਲ ਟਾਕ ਸ਼ੋ ਇੱਥੇ ਸਮਾਪਤ ਹੁੰਦਾ ਹੈ। ਜੈ ਗੁਰੂਦੇਵ।